ਕਰੋ ਜੀ। ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ। ਹਰ ਬੰਦਾ ਜੋ ਕੈਨੇਡਾ ਚਾਹੁੰਦਾ ਹੈਗਾ ਉਹਦਾ ਸਭ ਤੋਂ ਵੱਡਾ ਸੁਪਨਾ ਹੁੰਦਾ ਹੈਗਾ ਕਿ ਉਹ ਆਪਣਾ ਇੱਕ ਘਰ ਲਵੇ ਕੈਨੇਡਾ ਵਿੱਚ। ਅੱਜ ਆਪਣੇ ਨਾਲ ਇੱਕ ਬਹੁਤ ਹੀ ਐਕਸਪੀਰੀਅੰਸਡ ਮਾਰਗੇਜ ਬ੍ਰੋਕਰ ਬੈਠੇ ਨੇ MP ਸਿੰਘ ਜੀ। ਸਤਿ ਸ਼੍ਰੀ ਅਕਾਲ MP ਜੀ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ। ਐਜ਼ ਅ ਨਿਊ ਕਮਰ ਇਨ ਕੈਨੇਡਾ, ਮੈਂ ਬਿਲਕੁਲ ਹੀ ਨਵੀਂ ਆ ਕੈਨੇਡਾ 'ਚ, ਮੈਨੂੰ ਕੁਛ ਨਹੀਂ ਪਤਾ ਮੈਂ ਘਰ ਲੈਣਾ ਹੈਗਾ, ਕੀ ਸੁਜੈਸਟ ਕਰੋਗੇ? ਮੈਂ ਤੁਹਾਡੇ ਕੋਲ ਆਈ ਐਜ਼ ਅ ਮਾਰਗੇਜ ਸਪੈਸ਼ਲਿਸਟ, ਤੁਸੀਂ ਹੁਣ ਮੈਨੂੰ ਕੀ ਸਲਾਹ ਦੋਗੇ ਕਿ ਮੈਂ ਘਰ ਕਿਵੇਂ ਲੈ ਸਕਦੀ ਹੈਗੀ ਆ? ਦੇਖੋ, ਪਹਿਲੀ ਗੱਲ ਤਾਂ ਤੁਸੀਂ ਨਵੇਂ ਨਹੀਂ ਹੈਗੇ As ਤੁਸੀਂ ਪ੍ਰੋਡੈਂਟ ਕਰ ਰਹੇ ਹੋ, example। ਪ੍ਰੋਡੈਂਟ ਕਰ ਰਹੇ ਹੋ। ਇਹ ਬੜੀ ਇੰਪੋਰਟੈਂਟ ਗੱਲ ਹੈ। ਬਹੁਤ ਸਾਰੇ ਹਰ ਰੋਜ਼ ਕਹਿ ਲਓ, ਹੁਣ ਤਾਂ ਚਲੋ ਡਿਊ ਟੂ ਕੋਵਿਡ ਅਜੇ ਘੱਟ ਫੈਮਿਲੀਜ਼ ਆ ਰਹੀਆਂ ਜਿਨ੍ਹਾਂ ਦੇ ਵੀਜ਼ੇ ਬਹੁਤ ਦੇਰ ਪਹਿਲਾਂ ਲੱਗ ਚੁੱਕੇ ਸੀ, ਉਹਨਾਂ ਨੂੰ ਅਲਾਓ ਕਰਤਾ ਗੌਰਮੈਂਟ ਨੇ ਉਹ ਆ ਜਾਣ। ਪਰ ਇਸ ਤੋਂ ਪਹਿਲਾਂ ਦੇਖੀਏ ਅਸੀਂ ਕੋਵਿਡ ਵਾਲੀ ਪ੍ਰੋਬਲਮ ਤੋਂ ਧੜਾ ਧੜ ਲੋਕ ਕੈਨੇਡਾ ਦੇ ਵਿੱਚ ਆਏ ਆ, ਸਾਡੇ ਕੰਟਰੀ ਤੋਂ ਵੀ ਆਏ ਆ, ਸਾਡੀ ਕਮਿਊਨਿਟੀ 'ਚੋਂ ਵੀ ਆਏ ਲੋਕ, ਅਤੇ ਥਰੂ ਆਊਟ ਵਰਲਡ ਤੋਂ ਲੋਕ ਆਏ ਹੈਗੇ। ਘੱਟੋ ਘੱਟ ਸਾਡੀ ਕਮਿਊਨਿਟੀ ਜਾਂ ਸਾਡੇ ਕੰਟਰੀ ਦੇ ਲੋਕ ਜਦੋਂ ਉੱਥੇ ਦਿੱਲੀ ਤੋਂ ਜਾਂ ਬੰਬੇ ਤੋਂ ਜਾਂ ਕਿਸੇ ਹੋਰ ਜਗ੍ਹਾ ਤੋਂ ਫਲਾਈਟ ਵਿੱਚ ਬੈਠਦੇ ਆ ਅਤੇ ਉਹਨਾਂ ਨੂੰ ਇੱਕ ਆਉਣ ਸੁਪਨੇ ਆਉਣ ਲੱਗ ਜਾਂਦੇ ਆ, ਜਾਂ ਉਹ ਸੁਪਨਾ ਇੱਕ ਬੁਣ ਲੈਂਦੇ ਆ, ਕ੍ਰੀਏਟ ਕਰ ਲੈਂਦੇ ਕਿ ਅਸੀਂ ਜਾ ਕੇ ਉੱਥੇ ਸਭ ਤੋਂ ਪਹਿਲਾਂ ਕੰਮ ਇਹ ਕਰਨਾ, ਘਰ ਰਹਿਣਾ। ਉਹਨਾਂ ਨੂੰ ਇੱਥੋਂ ਦੀ ਸਿਚੁਏਸ਼ਨ ਨਹੀਂ ਪਤਾ ਹੁੰਦੀਆਂ। ਆ ਕੇ ਕੁਛ ਲੋਕਾਂ ਨੂੰ ਬੇਸਮੈਂਟ ਵਿੱਚ ਰਹਿਣਾ ਪੈਂਦਾ ਰਿਸ਼ਤੇਦਾਰਾਂ ਦੇ ਕੋਲ, ਜਾਂ ਰੈਂਟ ਵੀ ਕਰਨੀਆਂ ਪੈਂਦੀਆਂ ਬੇਸਮੈਂਟ। ਬਹੁਤੇ ਲੋਕ ਅਪਾਰਟਮੈਂਟ ਵਿੱਚ ਰਹਿੰਦੇ ਹੈਗੇ। ਘਰ ਲੈਣਾ ਚਾਹੀਦਾ, ਸਾਰਿਆਂ ਦਾ ਹੀ ਸੁਪਨਾ, ਅਲਟੀਮੇਟਲੀ ਸਭ ਨੇ ਲੈਣਾ ਹੀ ਹੁੰਦਾ, ਪਰ ਇੱਕ ਬੜੀ ਵੱਡੀ ਪਲੈਨਿੰਗ ਕਰਨ ਦੀ ਲੋੜ ਹੈ। ਸਭ ਤੋਂ ਪਹਿਲੀ ਪਲੈਨਿੰਗ ਤਾਂ ਇਹ ਹੁੰਦੀ ਆ, ਨਿਊ ਟੂ ਕੈਨੇਡਾ ਬਾਰੇ ਆਪਾਂ ਗੱਲ ਕਰਦੇ ਹਾਂ। ਨਿਊ ਟੂ ਕੈਨੇਡਾ ਜਿਹੜੇ ਉਹ ਇਹ ਪਲਾਨ ਉਹਨਾਂ ਨੇ ਕਰਨੀ ਹੁੰਦੀ ਕਿ ਉਹਨਾਂ ਦੀ ਜੋਬ ਹੋਵੇ, ਸਟੇਬਲ ਜੋਬ ਹੋਵੇ। ਨਵਾਂ ਕੋਈ ਵੀ ਆਉਂਦਾ ਹੈਗਾ ਜੀ, ਜੇ ਉਹ 3 ਮਹੀਨੇ ਤੋਂ ਫੁੱਲ ਟਾਈਮ ਇੰਪਲੋਈ ਹੈ, ਫੁੱਲ ਟਾਈਮ, ਅਤੇ ਉਹਨੂੰ ਕੰਸੀਡਰ ਕਰ ਲੈਂਦੀ ਹੈ ਬੈਂਕ ਜੋਬ ਵਾਸਤੇ। ਪਰ ਜੇ ਉਹ ਪਾਰਟ ਟਾਈਮ ਹੈ ਅਤੇ ਫਿਰ ਉਹਨੂੰ 2 ਸਾਲ ਲਗਾਤਾਰ ਪਾਰਟ ਟਾਈਮ ਜੋਬ ਦੇ ਡਾਕੂਮੈਂਟਸ ਜਿਹੜੇ ਆ ਉਹ ਪ੍ਰੋਵਾਈਡ ਕਰਨੇ ਪੈਣਗੇ। ਪਰ ਜਿਹੜੇ ਹੁਣ ਨਵੇਂ ਆਉਂਦੇ ਹੈਗੇ, ਨਵੇਂ ਆਉਣ ਵਾਲਿਆਂ ਵਿੱਚੋਂ 3 ਤਰ੍ਹਾਂ ਦੀਆਂ ਕੈਟਾਗਰੀਜ਼, ਇੱਕ ਤਾਂ ਪੱਕੇ ਹੀ ਆਉਂਦੇ ਨੇ ਜੀ, PR ਸਟੇਟਸ 'ਤੇ ਆਉਂਦੇ ਆ। ਦੂਸਰੇ ਆਉਂਦੇ ਵਰਕ ਪਰਮਿਟ 'ਤੇ। ਵਰਕ ਪਰਮਿਟ 'ਤੇ ਉਹ ਲੋਕ ਵੀ ਆਉਂਦੇ ਜਿਵੇਂ ਦੁਬਈ ਲੋਕ ਪਹਿਲਾਂ ਗਏ ਹੋਏ ਆ ਸਾਡੇ ਲੋਕ, ਉਹ ਟਰੱਕ ਚਲਾਉਂਦੇ ਉੱਥੇ, ਉਹ ਉੱਥੋਂ ਹੀ ਉਹਨਾਂ ਨੇ PR ਕੰਪਨੀਆਂ ਦੇ ਥਰੂ ਅਪਲਾਈ ਕਰ ਦਿੱਤੀ। ਕਈਆਂ ਦੀ PNP ਉੱਥੇ ਹੀ ਹੋ ਜਾਂਦੀ ਹੈ, ਕਈਆਂ ਦੀ ਇੱਥੇ ਆ ਕੇ ਹੁੰਦੀ ਹੈ। ਵਰਕ ਪਰਮਿਟ 'ਤੇ ਹੈਗੇ। ਵਰਕ ਪਰਮਿਟ ਮੇ ਬੀ ਈਅਰ ਦਾ ਜਾਂ ਮੋਰ ਦੈਨ ਈਅਰ ਦਾ। ਤੀਸਰੇ ਹੈਗੇ ਸਟੂਡੈਂਟ। ਸਟੂਡੈਂਟ ਜਿਹੜੇ ਆ ਉਹ 2 ਸਾਲ ਦੀ ਪੜ੍ਹਾਈ ਲਈ, 3 ਸਾਲ ਦੀ ਪੜ੍ਹਾਈ ਲਈ, ਕਈ ਸਾਲ ਦੇ ਕੋਰਸ ਵਾਸਤੇ ਹੀ ਆ ਜਾਂਦੇ। ਜਦੋਂ ਉਹ ਸਟੂਡੈਂਟ ਆਉਂਦੇ ਆ, ਉਹਨਾਂ ਨੂੰ ਵੀ ਕੰਮ ਕਰਨ ਦਾ ਮੌਕਾ ਮਿਲਦਾ, ਇਜਾਜ਼ਤ ਹੈ, ਅਲਾਊਡ ਹੈ। ਉਹਨਾਂ ਨੂੰ ਜਿਹੜਾ ਇੱਥੇ ਵੀਜ਼ਾ ਮਿਲਦਾ ਉਹ ਸਟੱਡੀ ਪਲੱਸ ਵਰਕ ਵੀਜ਼ਾ ਹੁੰਦਾ, ਪਰ ਉਹਨਾਂ ਨੂੰ ਮੈਕਸੀਮਮ 20 ਆਵਰਸ ਜਿਹੜੇ ਆ ਉਹ ਵੀਕ ਵਿੱਚ ਕੰਮ ਕਰਨੇ ਅਲਾਊਡ ਹੈ। ਮਤਲਬ ਐਜ਼ ਅਗਰ ਮੈਂ ਸਟੂਡੈਂਟ ਵੀ, ਅਗਰ ਆਪਾਂ ਕਹਿੰਦੇ ਹੈਗੇ ਜਿਹੜੇ ਸਟੂਡੈਂਟ ਉਰੇ ਆਉਂਦੇ ਨੇ, ਤੇ ਕਿ ਉਹ ਵੀ ਐਲੀਜੀਬਲ ਹੁੰਦੇ ਨੇ ਘਰ? ਹਾਂਜੀ, ਉਹ ਵੀ ਐਲੀਜੀਬਲ ਹੁੰਦੇ ਆ। ਤੇ ਉਹਦੇ ਲਈ ਕੀ ਐਲੀਜੀਬਿਲਿਟੀ ਹੋਣੀ ਚਾਹੀਦੀ? ਜਿਹੜੇ ਸਟੂਡੈਂਟ ਆਉਂਦੇ ਆ, ਪਹਿਲੀ ਗੱਲ ਤਾਂ ਉਹਨਾਂ ਵਾਸਤੇ ਮੈਂ ਗੱਲ ਕਰਨੀ ਚਾਹੁੰਦਾ। ਜਿਹੜੇ ਸਟੂਡੈਂਟ ਆਉਂਦੇ ਆ ਉਹ ਜੇ ਤਾਂ 20 ਆਵਰ ਵਿੱਚ ਉਹਨਾਂ ਦੀ ਇੱਕ ਬਹੁਤੀ ਵੱਡੀ ਇਨਕਮ ਨਹੀਂ ਹੁੰਦੀ, ਉਹ 2 ਜਾਂ 3 ਰਲ ਕੇ ਵੀ ਘਰ ਲੈ ਸਕਦੇ ਹੈਗੇ। ਜੇ ਫਿਰ ਵੀ ਇਨਕਮ ਇੰਨੀ ਨਹੀਂ ਬਣਦੀ, ਇੰਨੀ ਹੁੰਦੀ ਨਹੀਂ ਵੈਸੇ, ਅਤੇ ਬੈਸਟ ਹੈਗਾ ਕਿ ਉਹ ਡਾਊਨ ਪੇਮੈਂਟ ਜ਼ਿਆਦਾ ਅਰੇਂਜ ਕਰ। ਕਿੰਨੀ ਕੁ ਪਾਉਣੀ ਪੈਂਦੀ? ਡਾਊਨ ਪੇਮੈਂਟ ਜੀ ਹੈਗੀ ਇੱਕ, ਸਾਡੇ ਕੋਲ ਵੀ ਇੱਕ ਸਕੀਮ ਹੈ ਜਿਹਦੇ ਤਹਿਤ ਸਟੂਡੈਂਟਸ ਨੂੰ ਘਰ ਲੈਣਾ ਸੌਖਾ ਹੋ ਸਕਦਾ ਜੇ ਉਹ 25% ਡਾਊਨ ਪੇਮੈਂਟ ਪਾਉਣ। ਡਜ਼ਨਟ ਮੈਟਰ, ਪਤਾ ਹੀ ਆ ਉਹਨਾਂ ਦੇ ਕੋਲ ਆਪਣੀ ਅਰਨਿੰਗ ਨਹੀਂ ਹੈਗੀ, ਆਪਣੀ ਸੇਵਿੰਗ ਨਹੀਂ ਹੈਗੀ, ਉਹਨਾਂ ਦੇ ਪੇਰੈਂਟਸ ਨੇ ਭੇਜਣੀ ਹੈ। ਅਜੇ ਡਾਊਨ ਪੇਮੈਂਟ ਇੰਡੀਆ ਹੀ ਪਈ ਹੈ ਜਾਂ ਬੈਕ ਹੋਮ ਦੇ ਕਿਸੇ ਬੈਂਕ ਅਕਾਊਂਟ 'ਚ ਪਈ ਹੈ, ਪਈ ਵੀ ਪੇਰੈਂਟਸ ਦੇ ਨਾਂ 'ਤੇ ਆ, ਆਪਦੇ ਨਾਂ 'ਤੇ ਤਾਂ ਹੋ ਨਹੀਂ ਸਕਦੀ ਕਿ ਉੱਥੇ +2 ਕਰਕੇ ਇੱਥੇ ਆ ਗਿਆ ਬੱਚਾ, ਜਾਂ ਕਹਿ ਲਓ ਫੋਰ ਐਗਜ਼ਾਮਪਲ BA ਕਰਕੇ ਵੀ ਆ ਗਿਆ ਹੋ, ਅਤੇ ਉੱਥੇ ਕੀ ਕਮਾਇਆ ਉਹਨੇ, ਕੁਛ ਨਹੀਂ। ਬੈਂਕ ਨੂੰ ਪਤਾ ਕਿ ਇਹਨਾਂ ਦੇ ਪੇਰੈਂਟਸ ਨੇ ਇਹਨਾਂ ਨੂੰ ਹੈਲਪ ਕਰਨੀ ਆ, ਔਰ ਪੇਰੈਂਟਸ ਦੇ ਅਕਾਊਂਟ ਵਿੱਚ ਹੀ ਪੈਸੇ ਪਏ ਆ। ਜੇ ਉਹ ਇਹ ਸਾਬਤ ਕਰ ਦੇਣ ਕਿ ਸਾਡੇ ਕੋਲ ਪੈਸੇ ਉੱਥੇ ਹੈਗੇ ਆ, ਅਪਰੂਵਲ ਤੋਂ ਬਾਅਦ ਨੀਅਰ ਟੂ ਪੋਜੈਸ਼ਨ ਹੋਣ ਤੋਂ 4-6 ਦਿਨ, ਹਫ਼ਤਾ ਪਹਿਲਾਂ ਉਹ ਪੈਸੇ ਟਰਾਂਸਫਰ ਹੋ ਸਕਦੇ, ਫੰਡਸ ਟਰਾਂਸਫਰ ਹੋ ਸਕਦੇ, ਅਤੇ 25% ਡਾਊਨ ਪੇਮੈਂਟ ਪਾਉਣੀ ਪਊਗੀ। ਡਜ਼ਨਟ ਮੈਟਰ ਉਹ ਇੱਥੇ ਕੰਮ ਕਰਦੇ ਜਾਂ ਨਹੀਂ ਕਰਦੇ, ਉਹਨਾਂ ਦੀ ਕੋਈ ਇਨਕਮ ਹੈਗੀ ਜਾਂ ਨਹੀਂ ਹੈਗੀ, ਉਹ 25% ਡਾਊਨ ਪੇਮੈਂਟ ਪਾ ਕੇ ਭਾਵੇਂ 5 ਲੱਖ ਦਾ ਕਰ ਲੈਣਾ।
ਤੇ ਇਹਦਾ ਵੀ ਉਹਨਾਂ ਨੂੰ ਸਲਾਹ ਲੈਣੀ ਪੈਣੀ ਚਾਹੀਦੀ ਆ ਕਿ ਉਹ ਮਾਰਗੇਜ ਸਪੈਸ਼ਲਿਸਟ ਤੋਂ ਪੁੱਛ ਲੈਣ ਕਿ ਮੈਂ ਉਹ ਜਿਹੜੇ ਫੰਡਸ ਨੇ ਜਿਵੇਂ 25000 ਤੁਸੀਂ ਕਿਹਾ ਹੈਗਾ 25% ਲਾਈਕ 25% ਆਪਣਾ ਹਾਂਜੀ 25% ਤੇ ਹੋ ਗਿਆ ਜੀ 5 ਲੱਖ ਦਾ ਕਰ ਲੈਣਾ ਤੇ 1,25,000 ਹਾਂਜੀ ਦੈਟਸ ਅ ਬਿਗ ਅਮਾਉਂਟ ਰਾਈਟ ਬਿਗ ਅਮਾਉਂਟ ਅਗਰ ਉਹ ਬਿਗ ਅਮਾਉਂਟ ਐਨੀ ਅਮਾਉਂਟ ਤੁਹਾਡੇ ਅਕਾਊਂਟ 'ਚ ਆ ਰਹੀ ਆ ਤਾਂ ਉਹਦਾ ਵੀ ਇੱਕ ਪ੍ਰੋਪਰ ਪ੍ਰੋਸੀਜਰ ਹੋਣਾ ਚਾਹੀਦਾ ਹੈਗਾ ਹਾਂ ਇਹ ਤਾਂ ਹੈ ਹੀ ਹੈ ਜੀ ਬੈਂਕ ਟੂ ਬੈਂਕ ਟ੍ਰਾਂਸਫਰ ਹੋਣੀ ਚਾਹੀਦੀ ਹੈ ਓਕੇ ਈ ਟ੍ਰਾਂਸਫਰ ਜਾਂ ਵਾਇਰ ਟ੍ਰਾਂਸਫਰ ਜਿਹਨੂੰ ਕਹਿੰਦੇ ਹਾਂਜੀ ਵਾਇਰ ਟ੍ਰਾਂਸਫਰ ਹੋਣ ਔਰ ਉਹਦੇ 'ਚ ਕਲੀਅਰ ਕੱਟ ਪੇਰੈਂਟਸ ਲਿਖਣ ਬੈਂਕ ਨੂੰ ਕਹਿ ਕੇ ਲਿਖਾਉਣਾ ਹੁੰਦਾ ਕਿ ਇਹ ਜਿਹੜੀ ਮਨੀ ਅਸੀਂ ਟ੍ਰਾਂਸਫਰ ਕਰ ਰਹੇ ਹਾਂ ਕਿਉਂਕਿ ਮਨੀ ਲਾਂਡਰਿੰਗ ਦਾ ਚੱਕਰ ਹੈ ਬਿਲਕੁਲ ਤੁਸੀਂ ਪੈਸੇ ਵੱਡੀਆਂ ਟ੍ਰਾਂਜੈਕਸ਼ਨ ਇੱਧਰੋਂ ਉੱਧਰ ਨਹੀਂ ਕਰ ਸਕਦੇ ਅਲਾਉਡ ਨਹੀਂ ਹੈ ਸੀਆਰਏ ਵੀ ਇਸ ਗੱਲ ਨੂੰ ਫੜੇਗਾ ਬੈਂਕ ਵੀ ਇਸ ਗੱਲ ਲਈ ਤੁਹਾਨੂੰ ਕੁਐਸਚਨ ਕਰ ਸਕਦਾ ਕਿ ਪੈਸੇ ਕਿੱਥੋਂ ਆਏ ਜਾਂ ਕਿੱਥੇ ਜਾ ਰਹੇ ਈਵਨ ਜਾ ਰਹੇ ਵੀ ਤੁਸੀਂ ਸੋਚੋ ਜੀ ਆਏ ਜਿੱਥੋਂ ਮਰਜ਼ੀ ਹੋਣ ਤੁਹਾਨੂੰ ਕੀ ਇਸ ਤਰ੍ਹਾਂ ਨਹੀਂ ਹੁੰਦਾ ਠੀਕ ਹੈ ਜੀ ਉਹ ਜੇ ਉਹ ਪੇਰੈਂਟਸ ਇਹ ਲਿਖਦੇ ਹੈਗੇ ਕਿ ਅਸੀਂ ਆਪਣੇ ਬੱਚੇ ਨੂੰ ਘਰ ਲੈਣ ਵਾਸਤੇ ਗਿਫਟ ਕਰ ਰਹੇ ਹਾਂ ਸੀਆਰਏ ਵੀ ਕੋਈ ਕੁਐਸਚਨ ਨਹੀਂ ਕਰੇਗਾ ਬੈਂਕ ਵੀ ਕੋਈ ਕੁਐਸਚਨ ਨਹੀਂ ਕਰੇਗਾ ਬੈਂਕ ਨੂੰ ਪਤਾ ਕਿ ਇਹ ਘਰ ਖਰੀਦਣ ਵਾਸਤੇ ਘਰ ਬਾਏ ਕਰਨ ਵਾਸਤੇ ਆ ਰਹੇ ਦੈਟਸ ਫਾਈਨ ਕੋਈ ਦਿੱਕਤ ਨਹੀਂ ਇਹ ਜਿਹੜੀ ਸਕੀਮ ਮੈਂ 25% ਵਾਲੀ ਕੀਤੀ ਹੈ ਇਹ ਵੈਸੇ ਤਾਂ ਸਟੂਡੈਂਟ ਵੀ ਲੈ ਸਕਦੇ ਆ ਵਰਕ ਪਰਮਿਟ ਵਾਲੇ ਵੀ ਲੈ ਸਕਦੇ ਆ ਔਰ ਜਿਹੜੇ ਪੀਆਰ ਆਏ ਉਹ ਵੀ ਲੈ ਸਕਦੇ ਉਹ ਤਾਂ ਐਲੀਜੀਬਲ ਹੈ ਹੀ ਹੁਣ ਪਰ ਜੇ 25% ਵਾਲੇ ਤੋਂ ਪਿੱਛੇ ਹੋ ਜਾਈਏ ਅਸੀਂ ਤੇ ਫਿਰ ਮੈਂ ਤੁਹਾਨੂੰ ਦੱਸਿਆ ਕਿ 3 ਮਹੀਨੇ ਦੀ ਪਰਮਾਨੈਂਟ ਫੁੱਲ ਟਾਈਮ ਜੌਬ ਚਾਹੀਦੀ ਜੇ ਪਾਰਟ ਟਾਈਮ ਹੈ ਤੇ ਫਿਰ 2 ਸਾਲ ਤੋਂ ਹੋਣੀ ਚਾਹੀਦੀ ਫੁੱਲ ਟਾਈਮ ਹੈ 3 ਮਹੀਨੇ ਹਸਬੈਂਡ ਵਾਈਫ ਕੰਮ ਕਰਦੇ ਹੋਣ ਕੋਈ ਦਿੱਕਤ ਨਹੀਂ ਲੈ ਸਕਦੇ ਉਹਨਾਂ ਵਾਸਤੇ ਸਭ ਤੋਂ ਜਿਹੜੀ ਇੰਪੋਰਟੈਂਟ 2-3 ਗੱਲਾਂ ਇੱਕ ਡਾਊਨ ਪੇਮੈਂਟ ਚਾਹੀਦੀ ਹੈ ਜਿਹੜੇ ਲੋਕ 5% ਤੇ ਨਿਊ ਟੂ ਕੈਨੇਡਾ ਦੇ ਵਿੱਚ ਘਰ ਲੈਣਾ ਚਾਹੁੰਦੇ ਆ 5% ਡਾਊਨ ਪੇਮੈਂਟ ਐਲੀਜੀਬਲ 5% ਤੇ ਘਰ ਲੈ ਸਕਦੇ ਆ ਘੱਟੋ ਘੱਟ 5% ਵੱਧ ਜਿੰਨੇ ਮਰਜ਼ੀ ਪਾ ਲਓ ਜੇ 5% ਤੇ ਲੈਣੇ ਤੁਹਾਡੀ ਆਪਣੀ ਸੇਵਿੰਗ ਚਾਹੀਦੀ ਹੈ ਉਹ ਗਿਫਟਡ ਨਹੀਂ ਹੋ ਸਕਦੀ ਅੰਡਰ ਨਿਊ ਟੂ ਕੈਨੇਡਾ ਸਕੀਮ ਜੇ ਤੁਸੀਂ ਨਿਊ ਟੂ ਕੈਨੇਡਾ ਕੌਣ ਆ ਜੇ ਤੁਸੀਂ ਇੱਥੇ 5 ਸਾਲ ਤੋਂ ਘੱਟ ਰਹਿੰਦੇ ਹੋ ਤਾਂ ਫਿਰ ਤੁਸੀਂ ਨਿਊ ਟੂ ਕੈਨੇਡਾ ਵਿੱਚ ਹੀ ਹੋ ਜੇ 5 ਸਾਲ ਤੋਂ ਤੁਹਾਨੂੰ ਜ਼ਿਆਦਾ ਟਾਈਮ ਹੋ ਗਿਆ ਜਾਂ ਤੁਸੀਂ ਇਹ ਪ੍ਰੋਸੈਸ 'ਚ ਪੈਂਦੇ ਹੀ ਨਹੀਂ ਤੁਹਾਡੀ ਜੌਬ 3 ਸਾਲ ਪੁਰਾਣੀ ਹੈਗੀ ਔਰ ਸਟਰੋਂਗ ਸਾਰਾ ਕੁਛ ਹੈਗਾ ਸਟਰੋਂਗ ਮੀਨ ਕ੍ਰੈਡਿਟ ਸਟਰੋਂਗ ਹੈਗਾ ਕ੍ਰੈਡਿਟ ਇੱਕ ਹੋਰ ਡਿਫਰੈਂਟ ਚੀਜ਼ ਹੈ ਜਿਹਦੇ ਬਾਰੇ ਇਸੇ ਆਪਾਂ ਗੱਲਬਾਤ 'ਚ ਜ਼ਿਕਰ ਕਰਾਂਗੇ ਜੇ ਉਹ ਸਟਰੋਂਗ ਆਲਰੇਡੀ ਹੈਗਾ ਤੇ ਫਿਰ ਤੁਹਾਨੂੰ 5% ਗਿਫਟ ਲੈਣ 'ਚ ਵੀ ਕੋਈ ਇਤਰਾਜ਼ ਨਹੀਂ ਜੇ ਤੁਸੀਂ 5% ਡਾਊਨ ਪੇਮੈਂਟ ਪਾਉਣੇ ਆ ਤਾਂ 5% ਗਿਫਟ ਵੀ ਲੈ ਸਕਦੇ ਹੋ ਪਰ ਜੇ ਤੁਸੀਂ ਉਧਰੋਂ ਸਟਰੋਂਗ ਨਹੀਂ ਹੈਗਾ ਤੁਹਾਡਾ ਕ੍ਰੈਡਿਟ ਜੇ ਬਿਲਡ ਨਹੀਂ ਹੋਇਆ ਫਿਰ ਤੁਹਾਡੀ ਆਪਣੀ ਸੇਵਿੰਗ ਹੀ ਚਾਹੀਦੀ ਹੁਣ ਨਾਲ ਹੀ ਮੈਂ ਦੱਸ ਦਿੰਦਾ ਕ੍ਰੈਡਿਟ ਸਟਰੋਂਗ ਕਿਵੇਂ ਹੁੰਦਾ ਕ੍ਰੈਡਿਟ ਸਟਰੋਂਗ ਹੁੰਦਾ ਜੀ 2 ਸਾਲ ਤੋਂ ਤੁਹਾਡੇ ਕ੍ਰੈਡਿਟ ਬਿਲਡ ਹੁੰਦਾ ਪਿਆ ਹੋਵੇ ਘੱਟੋ ਘੱਟ 2 ਟ੍ਰੇਡ ਲਾਈਨਸ ਹੋਣ 2 ਟ੍ਰੇਡ ਲਾਈਨਸ ਮੀਨ 2 ਕ੍ਰੈਡਿਟ ਕਾਰਡ ਤੁਹਾਡੇ ਕੋਲ ਹੋਣੇ ਚਾਹੀਦੇ ਵੀਜ਼ਾ ਜਾਂ ਮਾਸਟਰਕਾਰਡ ਤੁਹਾਡੇ ਕੋਲ ਵੀਜ਼ਾ ਮਾਸਟਰਕਾਰਡ 2 ਵੀਜ਼ੇ 2 ਮਾਸਟਰਕਾਰਡ ਡਸਨਟ ਮੈਟਰ ਉਹਨਾਂ ਦੀ ਲਿਮਟ ਘੱਟੋ ਘੱਟ 2000 ਈਚ ਚਾਹੀਦੀ ਹੁਣ ਐਜ਼ ਅ ਸਪਾਊਸ ਐਜ਼ ਅ ਪਾਰਟਨਰ ਰਾਈਟ ਆਪਾਂ ਜਿਵੇਂ ਮੰਨ ਲਓ ਟੀਵੀ ਦਾ ਆਪਣੇ ਕੋਲ ਵੀਜ਼ਾ ਹੈਗਾ ਰਾਈਟ ਕਈ ਵਾਰ ਕੀ ਕਰਦੇ ਨੇ ਉਹ ਹਸਬੈਂਡ ਵਾਈਫ ਸ਼ੇਅਰ ਕਰ ਲੈਂਦੇ ਨੇ ਇੱਕ ਹੀ ਅਕਾਊਂਟ ਹੁੰਦਾ ਬਟ 2 ਵੀਜ਼ੇ ਹੈਗੇ ਨੇ ਨਹੀਂ ਉਹ ਇੱਕ ਹੀ ਗਿਣਿਆ ਜਾਂਦਾ ਜਿਹੜਾ ਮੇਨ ਐਪਲੀਕੈਂਟ ਹੈ ਜਾਂ ਜਿਹੜਾ ਮੇਨ ਉਹਦਾ ਬੈਨੀਫੀਸ਼ੀਅਰੀ ਆ ਉਹਦਾ ਕ੍ਰੈਡਿਟ ਬਿਲਡ ਹੋ ਰਿਹਾ ਦੂਸਰੇ ਦਾ ਨਹੀਂ ਹੋ ਰਿਹਾ ਪਰ ਇਹ ਬਹੁਤ ਇੰਪੋਰਟੈਂਟ ਹੈ ਕਿ ਦੋਨਾਂ ਦਾ ਸੈਪਰੇਟ ਹੋਣਾ ਚਾਹੀਦਾ ਸੈਪਰੇਟ ਫਾਰ ਐਗਜ਼ਾਮਪਲ ਦੇਖੋ ਜੀ ਹਸਬੈਂਡ ਹੈ ਉਹ ਟਰਕਿੰਗ ਦੀ ਜੌਬ ਕਰਦੇ ਉਹਨੂੰ ਹਫਤੇ 10 ਦਿਨਾਂ ਬਾਅਦ ਘਰ ਆਉਂਦੇ ਪਰ ਵਾਈਫ ਨੇ ਮਗਰੋਂ ਘਰ ਦਾ ਖਰਚਾ ਤਾਂ ਚਲਾਉਣਾ ਨਾ ਜੀ ਉਹਨੇ ਸਟੋਰ ਵਿੱਚ ਗਰੋਸਰੀ ਲੈਣ ਵੀ ਜਾਣਾ ਉਹਨੇ ਕੋਈ ਹੋਰ ਕੰਮ ਵੀ ਕਰਨਾ ਤੇ ਉਹ ਹਸਬੈਂਡ ਸੋਚਦਾ ਕਿ ਚਲੋ ਇੱਕੋ ਅਕਾਊਂਟ ਵਿੱਚ 2 ਕਾਰਡ ਲੈ ਲੈਣੇ ਸੀ ਵਾਈਫ ਮਗਰੋਂ ਯੂਜ਼ ਕਰੀ ਚੱਲੂਗੀ ਮੈਨੂੰ ਕੀ ਇਤਰਾਜ਼ ਆ ਚਲੋ ਘਰ ਹੀ ਰਹਿਣੀ ਗੱਲ ਪਰ ਵਾਈਫ ਦਾ ਕ੍ਰੈਡਿਟ ਬਿਲਡ ਨਹੀਂ ਹੋ ਰਿਹਾ ਉਹਦੇ ਨਾਲ ਉਹ ਹਸਬੈਂਡ ਦਾ ਹੀ ਹੋ ਰਿਹਾ ਤੇ ਇਹ ਗੱਲਾਂ ਵੀ ਆਪਾਂ ਨੂੰ ਧਿਆਨ ਰੱਖਣੀਆਂ ਪੈਣੀਆਂ ਨੇ ਬਿਲਕੁਲ ਜੀ ਦੋ ਸੈਪਰੇਟ ਹੀ ਚਾਹੀਦੇ ਹਸਬੈਂਡ ਦੇ 2 ਸੈਪਰੇਟ ਵਾਈਫ ਦੇ 2 ਸੈਪਰੇਟ ਆਮ ਤੌਰ ਤੇ ਪ੍ਰੋਬਲਮ ਆਉਂਦੀਆਂ ਅਸੀਂ ਲੋਕਾਂ ਨੂੰ ਇਸ ਗੱਲ ਲਈ ਐਜੂਕੇਟ ਵੀ ਕਰਦੇ ਹਾਂ ਸਮਝਾਉਂਦੇ ਵੀ ਹੁਣ ਵੀ ਐਜੂਕੇਟ ਕਰਨ ਦਾ ਤਰੀਕਾ ਅਸੀਂ ਦੱਸਦੇ ਹਾਂ ਕਿ ਕੋਈ ਕੰਮ ਕਰਦਾ ਚਾਹੇ ਨਹੀਂ ਕਰਦਾ ਵਾਈਫ ਦਾ ਨਾਂ ਤੁਸੀਂ ਵਿੱਚ ਪਾਉਂਦੇ ਹੋ ਇਸ ਕਰਕੇ ਵੀ ਪਾਉਂਦੇ ਹੋ ਕਿ ਉਹਦਾ ਚਾਈਲਡ ਟੈਕਸ ਬੈਨੀਫਿਟ ਆਉਂਦਾ ਚਾਈਲਡ ਟੈਕਸ ਬੈਨੀਫਿਟ ਆਲਵੇਜ਼ ਮਦਰ ਦੇ ਨਾਂ ਤੇ ਆਉਂਦਾ ਬੱਚਿਆਂ ਦੀ ਮਾਂ ਦੇ ਨਾਂ ਤੇ ਆਉਂਦਾ ਜੇ ਉਹ ਚਾਈਲਡ ਟੈਕਸ ਬੈਨੀਫਿਟ ਨੂੰ ਤੁਸੀਂ ਮੌਰਗੇਜ ਲੈਣ ਵਾਸਤੇ ਯੂਜ਼ ਕਰਦੇ ਪਏ ਹੋ ਤੇ ਉਹਦਾ ਕ੍ਰੈਡਿਟ ਬਿਲਡ ਹੋਣਾ ਚਾਹੀਦਾ ਜੇ ਉਹਦਾ ਕ੍ਰੈਡਿਟ ਹੈ ਨਹੀਂ ਤੇ ਇਨਕਮ ਭਾਵੇਂ ਚਾਈਲਡ ਟੈਕਸ ਬੈਨੀਫਿਟ ਦੀ 2000 ਕਿਉਂ ਨਹੀਂ ਹੈਗੀ ਮਹੀਨੇ ਦੀ ਉਹ ਯੂਜ਼ ਨਹੀਂ ਹੋਣੀ ਉਹ ਤਾਂ ਹੀ ਹੋਏਗੀ ਜੇ ਉਹਦਾ ਕ੍ਰੈਡਿਟ ਬਿਲਡ ਹੋਏਗਾ ਇਸ ਕਰਕੇ ਸਭ ਤੋਂ ਪਹਿਲਾਂ ਲੈਂਡ ਕਰਦਿਆਂ ਸਾਰ ਵੈਰੀ ਫਸਟ ਡੇ ਬੈਂਕ ਜਾਓ
ਅੱਗੇ ਤਾਂ ਬੈਂਕ ਨੂੰ ਕਹਿਣਾ ਪੈਂਦਾ ਸੀ ਨਾ ਜੀ ਮੈਨੂੰ ਕ੍ਰੈਡਿਟ ਕਾਰਡ ਦੇ ਦਿਓ, ਹੁਣ ਬੈਂਕ ਆਪ ਆਫਰ ਕਰਦਾ। ਹੁਣ ਉਹ ਤੁਸੀਂ ਜਿੱਥੇ ਅਕਾਊਂਟ ਖੋਲੋਗੇ ਉਹ ਤਾਂ ਇੱਕ ਕ੍ਰੈਡਿਟ ਕਾਰਡ ਹੀ ਦੇਣਗੇ, ਉਹ ਥੋੜੀ ਕਹਿਣਗੇ ਦੋ ਲੈ ਲਓ, ਤੁਹਾਨੂੰ ਕੱਲ ਨੂੰ ਦੋ ਦੀ ਲੋੜ ਪੈਣੀ ਹੈ ਮੌਰਗੇਜ ਵਾਸਤੇ, ਉਹਨਾਂ ਨੂੰ ਤਾਂ ਇੱਕੋ ਹੀ ਦੇਣਾ। ਹੁਣ ਤੁਹਾਨੂੰ ਐਕਚੁਅਲੀ ਦੋ ਚਾਹੀਦੇ, ਤੁਸੀਂ ਦੂਸਰੇ ਬੈਂਕ ਵਿੱਚ ਵੀ ਜਾ ਸਕਦੇ ਹੋ, ਦੋ ਅਕਾਊਂਟ ਰੱਖਣ ਦੀ ਲੋੜ ਨਹੀਂ। ਤੁਸੀਂ ਸੋਚੋ ਮੇਰਾ ਜਿਹੜਾ ਪੇ ਚੈੱਕ ਆ ਉਹ ਤਾਂ ਚਲੋ ਫਾਰ ਐਗਜ਼ਾਮਪਲ TD 'ਚ ਆਉਣਾ, ਤੇ ਮੈਂ ਸਕੋਸ਼ੀਆ 'ਚ ਕਿੱਦਾਂ ਖੁਲਾਵਾਂ, ਮੈਂ ਉੱਥੇ ਕੀ ਕਰੂੰਗਾ? ਸਕੋਸ਼ੀਆ ਬੈਂਕ ਵਿੱਚ ਜਾਂ ਕਿਹੜੇ ਵੀ ਬੈਂਕ ਵਿੱਚ ਜ਼ੀਰੋ ਬੈਲੈਂਸ ਨਾਲ ਅਕਾਊਂਟ ਖੁੱਲ ਜਾਂਦਾ, ਕੋਈ ਪੈਸੇ ਜਮ੍ਹਾਂ ਕਰਾਉਣ ਦੀ ਲੋੜ ਨਹੀਂ। ਤੁਸੀਂ ਕਹਿ ਸਕਦੇ ਮੈਂ ਲੇਟਰ ਆਨ ਜਮ੍ਹਾਂ ਕਰਾ ਦੂੰਗਾ, ਮੈਨੂੰ ਕ੍ਰੈਡਿਟ ਕਾਰਡ ਦੇ ਦਿਓ, ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਕ੍ਰੈਡਿਟ ਕਾਰਡ ਕਿਉਂ ਮੰਗ ਰਿਹਾ ਹੈ, ਉਹ ਦੇ ਦੇਣਗੇ, ਕੋਈ ਦਿੱਕਤ ਨਹੀਂ, ਉਹ ਕ੍ਰੈਡਿਟ ਕਾਰਡ ਦੇ ਦੇਣਗੇ। ਉਹ ਤੁਸੀਂ ਦੋ ਕ੍ਰੈਡਿਟ ਕਾਰਡ ਇਸ ਤਰੀਕੇ ਨਾਲ ਲੈ ਸਕਦੇ ਹੋ। ਫਿਰ ਤੁਸੀਂ ਸੁਪਰ ਸਟੋਰ ਜਾਂਦੇ ਹੋ, ਵਾਲਮਾਰਟ ਜਾਂਦੇ ਹੋ, ਕੈਨੇਡੀਅਨ ਟਾਇਰ ਜਾਂਦੇ ਹੋ, ਜਿੱਥੇ ਵੀ ਤੁਸੀਂ ਜਾਂਦੇ ਹੋ ਤੁਹਾਨੂੰ ਪਹਿਲਾਂ ਕਾਰਡ ਆਫਰ ਕਰਦੇ, ਉਹ ਕਰਦੇ ਹੀ ਕਰਦੇ। ਕੈਸ਼ੀਅਰ ਨੂੰ ਲੱਗਦਾ ਕਿ 40-50 ਦਾ ਸਮਾਨ ਲੈ ਰਿਹਾ, ਉਹ ਆਪ ਹੀ ਤੁਹਾਨੂੰ ਕਹਿੰਦੇ ਤੁਹਾਡੇ ਕੋਲ ਵਾਲਮਾਰਟ ਕਾਰਡ ਹੈ, ਤੁਹਾਡੇ ਕੋਲ PC ਕਾਰਡ ਹੈ, ਤੁਹਾਡੇ ਕੋਲ ਕੈਨੇਡੀਅਨ ਟਾਇਰ ਕਾਰਡ ਹੈ, ਤੁਸੀਂ ਕਹੋਗੇ ਨਹੀਂ, ਉਹ ਕਹਿੰਦੇ ਲਓ ਜੀ ਹੁਣੇ ਲੈ ਲਓ, ਔਰ ਫੋਨ ਤੇ ਤੁਹਾਨੂੰ ਅਲਾਉ ਕਰ ਦਿੰਦੇ ਆ। ਇੰਨੀਆਂ ਸਹੂਲਤਾਂ ਹੈਗੀਆਂ। ਦੋ ਤਿੰਨ ਤੇ ਰਹੀਏ, ਇਹ ਨਹੀਂ ਕਿ ਜਿੱਥੇ ਵੀ ਜਾ ਰਹੇ ਆਪਾਂ ਆਪਣੇ ਕ੍ਰੈਡਿਟ ਕਾਰਡ ਜਾ ਰਹੇ ਹੈਗੇ 10 ਕਾਰਡ ਨਹੀਂ ਰੱਖਣ ਦੀ ਲੋੜ, ਦੋ ਤਿੰਨ ਆਪਾਂ ਥੋੜਾ ਧਿਆਨ ਰੱਖਣਾ ਕਿ ਦੋ ਹੀ ਆਪਣੇ ਸਫੀਸ਼ੀਐਂਟ, ਦੋ ਤਿੰਨ ਜਾਇਜ਼ ਹੈਗੇ, ਠੀਕ ਹੈ ਜੀ। ਤੇ ਮੇਕ ਸ਼ੋਰ ਵੀ ਆਰ ਡੂਇੰਗ ਇਸ ਤੋਂ ਇਲਾਵਾ ਮੰਥਲੀ ਪੇਮੈਂਟਸ ਟੂ, ਉਹਦੀ ਪੇਮੈਂਟਸ ਵੀ ਆਪਾਂ ਪੇਮੈਂਟ ਬਾਰੇ ਤਾਂ ਇਹ ਆ ਘੱਟੋ ਘੱਟ ਪੇਮੈਂਟ ਤਾਂ ਚਲੋ ਇਹ ਆ ਕਿ ਜਿਹੜੀ ਜਦੋਂ ਵੀ ਬਿੱਲ ਆਉਂਦਾ ਹੈਗਾ ਜੇ ਰਾਈਟ ਵੇ ਪੇ ਕਰਦੇ ਹੋ ਤਾਂ ਜ਼ਿਆਦਾ ਬੈਟਰ, ਨਹੀਂ ਤੇ ਡਿਊ ਡੇਟ ਤੋਂ 1-2 ਦਿਨ ਕੋਸ਼ਿਸ਼ ਕਰੋ ਪਹਿਲਾਂ ਹੋ ਜਾਏ। ਇਹ ਨਹੀਂ ਕਿ ਉਹ ਲਾਸਟ ਮੂਮੈਂਟ ਤੇ ਡਿਊ ਡੇਟ ਫਾਰ ਐਗਜ਼ਾਮਪਲ ਅੱਜ 7 ਅਪ੍ਰੈਲ ਹੈਗੀ, 7 ਅਪ੍ਰੈਲ ਦੀ ਰਾਤ ਨੂੰ 11 ਵਜੇ ਤੁਸੀਂ ਪੇਮੈਂਟ ਕਰਦੇ ਪਏ ਹੋ, ਮਾਰੇ ਨੁਕਸਾਨ ਹੋ ਜਾਏਗਾ। ਇੱਕ ਹੋਰ ਇੰਪੋਰਟੈਂਟ ਗੱਲ ਹੈਗੀ ਹੈ, ਤੁਸੀਂ ਜੇ ਫੋਨ ਬਿੱਲ ਦੀ ਪੇਮੈਂਟ ਹੈ ਨਾ, ਉਹ ਨਹੀਂ ਤੁਸੀਂ ਅਵਾਇਡ ਕਰ ਸਕਦੇ। ਫੋਨ ਬਿੱਲ ਵਾਲੇ ਚਾਹੇ ਉਹ ਕੋਈ ਕੰਪਨੀ ਹੈ, ਉਹ ਤਾਂ ਇਮੀਡੀਏਟਲੀ ਉਡੀਕਦੇ ਆ ਕਿ ਡਿਊ ਡੇਟ ਨੂੰ ਤੁਸੀਂ ਪੈਸੇ ਨਾ ਦਿਓ ਤੇ ਅਸੀਂ ਤੁਹਾਡੇ ਕ੍ਰੈਡਿਟ ਬਿਊਰੋ ਨੂੰ ਦੱਸੀਏ। ਕ੍ਰੈਡਿਟ ਬਿਊਰੋ ਨੂੰ ਇੱਕ ਵਾਰੀ ਇਨਫੋਰਮੇਸ਼ਨ ਮਿਲ ਗਈ ਕਿ ਤੁਸੀਂ ਬਿੱਲ ਪੇ ਔਨ ਟਾਈਮ ਨਹੀਂ ਕੀਤਾ, ਉਹਨਾਂ ਨੇ ਉਹਦਾ ਸਟੇਟਸ ਚੇਂਜ ਕਰ ਦੇਣਾ ਕਿ ਤੁਸੀਂ ਰੈਗੂਲਰ ਗੁੱਡ ਪੇਅਰ ਨਹੀਂ ਹੈਗੇ। ਕ੍ਰੈਡਿਟ ਕਾਰਡ ਕੰਪਨੀਆਂ ਫਿਰ ਵੀ ਤੁਹਾਡਾ ਲਿਹਾਜ਼ ਕਰਦੀਆਂ, ਉਹ ਸੋਚਦੇ ਆ ਕਿ ਤੁਸੀਂ ਪੇ ਕਰਤਾ ਹੋਣਾ, ਸ਼ਾਇਦ ਕਿਤੇ ਸਾਡੇ ਕੋਲ ਨਹੀਂ ਪਹੁੰਚਾ, ਉਹ ਤੁਹਾਨੂੰ ਫੋਨ ਕਰਨਗੇ, ਲੈਟਰ ਲਿਖਣਗੇ ਬੜਾ ਪੋਲਾਈਟਲੀ ਕਿ ਤੁਸੀਂ ਪੇ ਨਹੀਂ ਕੀਤਾ, ਹਾਂਜੀ, ਜੇ ਪੇ ਕਰ ਚੁੱਕੇ ਹੋ ਤਾਂ ਡਿਸਕਾਰਡ ਕਰ ਦਿਓ, ਹਾਂਜੀ, ਫੋਨ ਤੇ ਵੀ ਤੁਹਾਨੂੰ ਕਹਿਣਗੇ ਸੌਰੀ ਤੁਹਾਨੂੰ ਅਸੀਂ ਰਿਮਾਈਂਡ ਕਰਾਉਣਾ ਚਾਹੁੰਦੇ ਹਾਂ, ਜੇ ਤੁਸੀਂ ਪੇਮੈਂਟ ਕਰਤੀ ਹੈ ਦੈਟਸ ਫਾਈਨ, ਡੋਂਟ ਮਾਈਂਡ, ਹਾਂਜੀ, ਤੇ ਇੱਦਾਂ ਵੱਲੋਂ ਕਰਦੇ। ਪਰ ਫੋਨ ਕੰਪਨੀਆਂ ਨਹੀਂ ਇਹ ਕਰਦੀਆਂ, ਉਹਨਾਂ ਤੁਹਾਨੂੰ ਰਿਮਾਈਂਡਰ ਵੀ ਨਹੀਂ ਭੇਜਣਾ, ਨੋ ਕਾਲ ਕਦੀ ਨਹੀਂ ਕਰਨੀ, ਉਹਨਾਂ ਤਾਂ ਬਸ ਚੱਕ ਦੇਣੇ ਫੱਟੇ, ਠੀਕ ਹੈ। ਉਸ ਗੱਲ ਨੂੰ ਅਵਾਇਡ ਕਰਨਾ ਚਾਹੀਦਾ ਹੈ। ਤੇ ਜਿਹੜੀ ਆਪਾਂ ਜਦੋਂ ਲੈਣ ਕਰਦੇ ਤਾਂ ਸਭ ਤੋਂ ਪਹਿਲਾਂ ਆਪਾਂ ਲੈਣੇ ਹੀ ਫੋਨ ਹੈਗੇ ਆ, ਫੋਨ ਤਾਂ ਆਪਣਾ ਸਭ ਤੋਂ ਪਹਿਲੀ ਚੀਜ਼ ਹੁੰਦੀ ਹੈ ਲੈਣ ਵੇਲੇ, ਨੈਸੈਸਰੀ ਹੋ ਗਿਆ, ਟੂਲ ਹੋ ਗਿਆ ਜੀ, ਹਾਂਜੀ। ਤਾਂ ਮੇਕ ਸ਼ੋਰ ਵੀ ਆਰ ਡੂਇੰਗ ਉਹਦੀ ਤਾਂ ਪੇਮੈਂਟ ਆਪਾਂ ਟਾਈਮ ਤੇ ਕਰਦੇ ਹੀ ਰਹੀਏ, ਪਹਿਲਾਂ ਕਰੋ, 4 ਦਿਨ ਪਹਿਲਾਂ ਕਰ ਦਿਓ, ਕੋਈ ਦਿੱਕਤ ਨਹੀਂ ਹੈਗੀ। 4 ਦਿਨ ਦੇਣਾ ਹੀ ਹੈ ਪੈਸੇ, ਫਿਰ ਪਹਿਲਾਂ ਦੇਤੇ ਜਾਂ ਪਿੱਛੋਂ ਦੇਤੇ ਕੀ ਫਰਕ ਪੈਂਦਾ। ਫੋਨ ਉਹਦੀ ਕ੍ਰੈਡਿਟ ਕਾਰਡ ਦੇ ਵਿੱਚ ਇੱਕ ਹੋਰ ਮੈਂ ਗੱਲ ਕਹਿਣੀ ਚਾਹੁੰਦੀ ਸੀ, ਜੇ ਫਾਰ ਐਗਜ਼ਾਮਪਲ ਤੁਹਾਡੇ ਕੋਲੋਂ ਯੂਟੀਲਾਈਜੇਸ਼ਨ ਜ਼ਿਆਦਾ ਹੋ ਗਿਆ ਕਾਰਡ, ਤੁਸੀਂ ਸੋਚਦੇ ਹੋ ਕਿ 1500 ਦਾ ਬਿੱਲ ਆ ਗਿਆ, ਮੇਰੇ ਕੋਲ ਤਾਂ 1500 ਹੈ ਹੀ ਨਹੀਂ, ਚਲੋ ਨੈਕਸਟ ਟਾਈਮ ਦੇ ਦਾਂਗੇ, ਕੋਈ ਗੱਲ ਨਹੀਂ, ਨੈਕਸਟ ਟਾਈਮ ਉਹ 1500 ਦਾ ਹੋ ਸਕਦਾ 2500 ਬਣ ਜਾਏ, ਤੁਸੀਂ ਯੂਜ਼ ਹੋਰ ਕਰ ਲਿਆ, ਫਿਰ ਤਾਂ ਹੋਰ ਔਖਾ ਹੋ ਜਾਏਗਾ ਦੇਣਾ। ਘੱਟੋ ਘੱਟ ਜਿਹੜੀ ਮਿਨੀਮਮ ਪੇਮੈਂਟ ਜ਼ਰੂਰ ਕਰ ਦਿਓ, ਮਿਨੀਮਮ ਪੇਮੈਂਟ ਹੋ ਸਕਦਾ 1500 ਦੇ ਬਿੱਲ ਪਿੱਛੇ $50 ਹੀ ਹੋਵੇ, ਪੇ ਕਰ ਦੇਣੀ ਚਾਹੀਦੀ। $50 ਪੇ ਕਰਕੇ ਤੁਸੀਂ ਸ਼ਾਂਤੀ ਨਾਲ, ਭਾਵੇਂ ਤੁਹਾਨੂੰ ਉਹਦੇ ਉੱਤੇ ਇੰਟਰਸਟ ਪੇ ਕਰਨਾ ਪਏਗਾ, ਪੈਨਲਾਈਜ਼ ਤੁਸੀਂ ਹੋ ਜਾਓਗੇ, ਪਰ ਜਿਹੜਾ ਤੁਹਾਡਾ ਕ੍ਰੈਡਿਟ ਖਰਾਬ ਹੋਣ ਵਾਲਾ ਤੁਹਾਨੂੰ ਖਤਰਾ ਉਹ ਤਾਂ ਨਹੀਂ ਨਾ ਆਏਗਾ, ਠੀਕ ਹੈ ਜੀ। ਜੋ ਗੱਲ ਅਸੀਂ ਕਰ ਰਹੇ ਸੀ ਮੌਰਗੇਜ ਦੇ ਨਿਊ ਟੂ ਕੈਨੇਡਾ ਦੇ ਵਿੱਚ ਜਿਹਨਾਂ ਲੋਕਾਂ ਦੇ ਕੋਲ ਇਸ ਤਰੀਕੇ ਦੀਆਂ ਟ੍ਰੇਡ ਲਾਈਨਸ ਨਹੀਂ ਹੈਗੀਆਂ, ਯਾਨੀ 2 ਸਾਲ ਤੋਂ 2 ਕਾਰਡ ਨਹੀਂ ਹੈਗੇ 2,000 ਲਿਮਿਟ ਵਾਲੇ, ਉਹਨਾਂ ਵਾਸਤੇ ਵੀ ਸਹੂਲਤ ਹੈਗੀ ਹੈ। ਹੁਣ ਇੱਕ ਸਹੂਲਤ ਆਪਾਂ ਪਹਿਲਾਂ ਕਰ ਚੁੱਕੇ ਸੀ ਗੱਲ ਕਿ 25% ਡਾਊਨ ਪੇਮੈਂਟ ਬਹੁਤ ਘਰ ਲੈ ਲਓ। ਦੂਜੀ ਅਸੀਂ ਵੀ ਨਹੀਂ ਜੇ 5 ਹੀ ਲੈਣਾ ਜੀ, ਅਸੀਂ ਤਾਂ 5% ਹੀ ਕਰ ਸਕਦੇ, ਸਾਡੇ ਕੋਲ ਤਾਂ ਹੋਰ ਹੈ ਹੀ ਨਹੀਂ, ਪਿੱਛੋਂ ਕੋਈ ਸੋਰਸ ਹੀ ਨਹੀਂ, ਜਾਂ ਪਿੱਛੋਂ ਕੋਈ ਉਮੀਦ ਹੀ ਨਹੀਂ, ਆ ਹੀ ਨਹੀਂ ਸਕਦੇ, ਇਹੋ ਜਿਹੀ ਗੱਲ। ਜ਼ਮੀਨਾਂ ਜ਼ਿਆਦਾਤਰ ਸਾਡੇ ਸਾਰੇ ਲੋਕਾਂ ਦੀਆਂ ਹੈਗੀਆਂ, ਪਰ ਰਾਈਟ ਵੀ ਵੇਚ ਨਹੀਂ ਸਕਦੇ, ਠੀਕ ਹੈ ਜੀ। ਅਸੀਂ ਸੋਚਦੇ ਹਾਂ ਚਲੋ ਕੋਈ ਨਹੀਂ, ਜਦੋਂ ਜਾਵਾਂਗੇ ਉਦੋਂ ਕਿਤੇ ਸੈੱਲ ਕਰ ਦਿਆਂਗੇ, ਇੱਦਾਂ ਇੱਥੇ ਬੈਠੋ ਅਸੀਂ ਵੇਚਦੇ ਹਾਂ ਤੇ ਸਾਨੂੰ ਪੱਲੇ ਕੀ ਪੈਣਾ। 5% 10% ਵਾਲੇ ਪਾਸੇ ਅਸੀਂ ਸੋਚਦੇ ਹਾਂ ਤੇ ਫਿਰ ਵੀ ਘਰ ਲੈ ਸਕਦੇ ਹਾਂ। ਟ੍ਰੇਡ ਲਾਈਨ ਵੀ ਹੈ ਨਹੀਂ, 5% ਹੀ ਹੈਗੀ, ਦੇਖੋ ਹੈ ਨਾ, ਸ਼ਾਇਦ ਇੱਦਾਂ ਦੀ ਗੱਲ ਗੁੰਝਲਦਾਰ ਜੀ ਹੋ ਜਾਂਦੀ, ਉਹ ਵੀ ਘਰ ਲੈ ਸਕਦਾ, ਉਹ ਵੀ ਲੈ ਸਕਦੇ। ਉਹਦੇ 'ਚ 2-3 ਸ਼ਰਤਾਂ ਹੁੰਦੀਆਂ। ਸਭ ਤੋਂ ਇੰਪੋਰਟੈਂਟ ਸ਼ਰਤ ਜਿਹੜੀ ਆ ਉਹ ਇਹੀ ਆ ਕਿ ਤੁਹਾਡਾ ਕ੍ਰੈਡਿਟ ਹੋਣਾ ਚਾਹੀਦਾ, ਪਰ ਕ੍ਰੈਡਿਟਬਿਲਟੀ ਨਹੀਂ ਹੈ, ਤੁਸੀਂ ਨਵੇਂ ਆਏ ਹੋ, ਠੀਕ ਹੈ ਜੀ। ਉਹਦੇ ਲਈ ਇਹ ਆ ਕਿ 2-3 ਗੱਲਾਂ 'ਤੇ ਧਿਆਨ ਦੇਵੋ। ਇੱਕ ਇਹ ਹੈ ਕਿ ਘੱਟੋ ਘੱਟ ਤੁਸੀਂ ਜਿਸ ਅਪਾਰਟਮੈਂਟ ਵਿੱਚ ਰਹਿੰਦੇ ਹੋ, ਜਿਸ ਬੇਸਮੈਂਟ ਵਿੱਚ ਰਹਿੰਦੇ ਹੋ,
ਜਿਸ ਘਰ ਵਿੱਚ ਕਿਰਾਏ ਤੇ ਰਹਿੰਦੇ ਹੋ ਉਹਨਾਂ ਦੇ ਨਾਲ ਤੁਹਾਡਾ ਲੀਜ਼ ਐਗਰੀਮੈਂਟ ਹੋਣਾ ਚਾਹੀਦਾ। ਓਕੇ। ਸਾਡੀ ਕਮਿਊਨਿਟੀ 'ਚ ਪ੍ਰੋਬਲਮ ਹੈ ਜੀ, ਹਾਂਜੀ। ਜਿਹੜੇ ਅਸੀਂ ਟੈਨੈਂਟ ਹੈਗੇ ਆ, ਕਿਰਾਏਦਾਰ ਆ, ਅਸੀਂ ਵੀ ਕਹਿੰਦੇ ਸਾਡੇ ਕੋਲ ਕੈਸ਼ ਲੈ ਲਓ ਕੋਈ ਗੱਲ ਨਹੀਂ, ਤੇ ਉਹ ਵੀ ਜਿਹੜਾ ਓਨਰ ਆ ਉਹ ਵੀ ਕਹਿੰਦਾ ਜੀ ਮੈਂ ਤਾਂ ਕੈਸ਼ ਹੀ ਲੈਣਾ, ਉਹ ਸ਼ੋ ਨਹੀਂ ਕਰਦੇ ਹੈਗੇ, ਮੈਂ ਕੈਸ਼ ਹੀ ਲੈਣਾ ਹੈਗਾ, ਮੈਂ ਤਾਂ ਜੇ ਕੈਸ਼ ਨਾ ਲਿਆ ਤੁਹਾਡੇ ਕੋਲੋਂ ਮੈਂ ਚੈੱਕ ਲੈ ਲਿਆ ਜਾਂ ਈ ਟ੍ਰਾਂਸਫਰ ਕਰਵਾ ਲਿਆ, ਮੈਨੂੰ ਤਾਂ ਟੈਕਸ ਦੇਣਾ ਪੈਣਾ। ਹਾਲਾਂਕਿ ਟੈਕਸ ਤੋਂ ਬਚਣ ਦੇ ਬਥੇਰੇ ਤਰੀਕੇ ਹੈਗੇ, ਜਿਹੜਾ ਮੇਰਾ ਸਬਜੈਕਟ ਨਹੀਂ ਹੈ ਮੈਂ ਦੱਸਾਂ, ਪਰ ਤਰੀਕੇ ਹੈਗੇ, ਠੀਕ ਹੈ ਜੀ। ਦੂਸਰਾ ਜਿਹੜਾ ਹੈਗਾ ਕਿ ਉਹ ਤੁਹਾਨੂੰ ਮਤਲਬ ਲੀਜ਼ ਤੁਹਾਡੀ ਹੋਣੀ ਚਾਹੀਦੀ ਹੈ। ਲੀਜ਼ ਹੁਣ ਲੀਜ਼ ਨਹੀਂ ਵੀ ਬਣਾਈ ਤੁਸੀਂ, ਤੇ ਤੁਸੀਂ ਇੱਕ ਰੈਗੂਲਰ ਬੇਸਿਸ ਤੇ ਉਹਨਾਂ ਨੂੰ ਭਾਵੇਂ ਕੈਸ਼ ਹੀ ਪੇਮੈਂਟ ਦੇ ਰਹੇ, ਪਰ ਇੱਕ ਪਰਟੀਕੂਲਰ ਡੇ ਤੇ ਇੱਕ ਪਰਟੀਕੂਲਰ ਅਕਾਊਂਟ ਤੋਂ ਜਾ ਰਹੇ, ਪਰਟੀਕੂਲਰ ਅਮਾਊਂਟ। ਫਾਰ ਐਗਜ਼ਾਮਪਲ ਤੁਸੀਂ $800 ਦੇ ਕਿਰਾਏ ਤੇ ਰਹਿੰਦੇ ਹੋ, ਬੇਸਮੈਂਟ ਲਈ $800 ਪੇ ਕਰਨਾ ਪੈਂਦਾ, ਤੁਸੀਂ ਹਰ ਮਹੀਨੇ $800 ਕਢਵਾਓ ਬੈਂਕ ਚੋਂ, ਉਹ ਕਹਿੰਦਾ ਕੈਸ਼ ਦੂਗਾ, ਕੈਸ਼ ਲੈ ਲਓ ਭਾਈ, ਗੱਲ ਖਤਮ। ਯਾਨੀ ਪ੍ਰੂਫ ਹੋਵੇ, ਇਹ ਨਹੀਂ ਕਿ ਕਿਸੇ ਮਹੀਨੇ ਤੁਸੀਂ 800 ਵਿਡਰੋ ਕਰ ਲਿਆ, ਕਿਸੇ ਮਹੀਨੇ 500 ਕਰ ਲਿਆ, ਕਿਸੇ ਮਹੀਨੇ 1600 ਕਰ ਲਿਆ, ਤੁਸੀਂ 500 ਕੀਤਾ ਉਹ 300 ਮੇਰੀ ਜੇਬ 'ਚ ਸੀਗੇ ਫਿਰ 800 ਬਣਾ ਕੇ ਦੇ ਦਿੱਤਾ, ਇਹ ਪ੍ਰੂਫ ਨਹੀਂ ਹੈਗਾ। ਤੁਸੀਂ 1600 ਕਢਵਾ ਲਿਆ, ਉਹ ਮੈਂ 1600 ਕਢਵਾ ਲਿਆ, ਅਗਲੇ ਮਹੀਨੇ ਵੀ ਦੇਣੇ ਹੀ ਆ, ਇਕੱਠੇ ਕਢਵਾ ਲਓ, ਨੋ, ਇੱਦਾਂ ਨਹੀਂ ਹੈਗਾ। ਯਾਨੀ ਤੁਸੀਂ ਆਪਣੀ ਗੱਲ ਨੂੰ ਜਸਟੀਫਾਈ ਕਰਨਾ, ਵਾਈਜ਼ਲੀ ਕਰਨਾ, ਅਕਲ ਨਾਲ ਕਰਨਾ, ਜੇ ਉਹ ਤੁਸੀਂ ਇੱਦਾਂ ਕਰ ਸਕਦੇ ਹੋ, ਬਹੁਤ ਚੰਗੀ ਗੱਲ ਹੈ। ਦੂਸਰਾ ਹੈਗਾ ਕਿ ਫੋਨ ਬਿੱਲ ਤੁਹਾਡਾ ਹੋਣਾ ਚਾਹੀਦਾ। ਫੋਨ ਬਿੱਲ ਜਿਹੜਾ ਕਈ ਵਾਰੀ ਫੈਮਿਲੀ ਪੈਕ ਲੈ ਲੈਂਦੇ ਅਸੀਂ, ਫੈਮਿਲੀ ਪੈਕ ਜਿਹੜਾ ਵਾ ਉਹ ਉਂਝ ਉਹਦਾ ਰੇਟ ਘੱਟ ਹੋ ਸਕਦਾ, ਪਰ ਉਹਦੇ ਵਿੱਚ ਕੀ ਆ, ਉਹ ਕ੍ਰੈਡਿਟ ਵਾਲੀ ਗੱਲ। ਜਿਹੜਾ ਪ੍ਰਿੰਸੀਪਲ ਹੈਗਾ, ਮੈਂ ਤੇ ਮੇਰੀ ਵਾਈਫ ਨੇ ਫੋਨ ਲੈ ਲਿਆ ਸੀ ਸਾਂਝਾ, ਮਤਲਬ 2 ਲੈ ਲਿਆ ਬੇਸ਼ੱਕ, ਬਿੱਲ ਇੱਕੋ ਸਾਨੂੰ ਆਉਂਦਾ ਵਾ, ਤੇ ਉਹਦਾ ਬੈਨੀਫਿਟ ਮੈਨੂੰ ਆ, ਵਾਈਫ ਨੂੰ ਬੈਨੀਫਿਟ ਉਹਦਾ ਨਹੀਂ ਹੈਗਾ, ਠੀਕ ਹੈ ਜੀ। ਕੋਸ਼ਿਸ਼ ਕਰੋ ਜੇ ਫੈਮਿਲੀ ਪੈਕ ਵੀ ਲਿਆ, ਤੁਸੀਂ ਫੈਮਿਲੀ ਪੈਕ ਲੈ ਕੇ ਇਹ ਬੈਨੀਫਿਟ ਲੈਣਾ ਚਾਹੁੰਦੇ ਹੋ ਕਿ ਸਾਡਾ ਕ੍ਰੈਡਿਟ ਦੋਨਾਂ ਦਾ ਬਿਲਡ ਹੋ ਜਾਏ, ਇਕੁਅਲ ਬਿਲਡ ਹੋ ਜਾਵੇ, ਫਿਰ ਉਸ ਬਿੱਲ ਉੱਤੇ ਦੋਨਾਂ ਦਾ ਨਾਂ ਹੋਣਾ ਚਾਹੀਦਾ, ਠੀਕ ਹੈ ਜੀ। ਉਹ ਬਿੱਲ ਉਹਦੇ ਤੇ ਭਾਵੇਂ ਤੁਹਾਡੇ ਕ੍ਰੈਡਿਟ ਤੇ ਉਹ ਨਹੀਂ ਆਏਗਾ, ਵਾਈਫ ਦੇ ਕ੍ਰੈਡਿਟ ਤੇ ਨਹੀਂ ਆਏਗਾ, ਹਸਬੈਂਡ ਦੇ ਕ੍ਰੈਡਿਟ ਤੇ ਆਏਗਾ, ਪਰ ਤੁਸੀਂ ਪ੍ਰੂਫ ਦੇ ਸਕਦੇ ਹੋ ਬੈਂਕ ਨੂੰ, ਦੇਖੋ ਜੀ ਸਾਡਾ ਤਾਂ ਜੁਆਇੰਟ ਅਕਾਊਂਟ ਹੈ, ਜੁਆਇੰਟ ਅਕਾਊਂਟ 'ਚੋਂ ਪੇਮੈਂਟ ਜਾਂਦੀ ਪਈ ਹੈ, ਜੁਆਇੰਟ ਹੀ ਸਾਡਾ ਫੋਨ ਬਿੱਲ ਹੈਗਾ। ਇਹ ਵੱਖਰੀ ਗੱਲ, ਅਸੀਂ ਫੈਮਿਲੀ ਪੈਕ ਲੈ ਲਿਆ, ਬੈਂਕ ਐਗਰੀ ਕਰ ਜਾਏਗਾ। ਸੋ ਇਹ ਯੂਟਿਲਿਟੀ ਬਿੱਲ ਦੀ ਗੱਲ ਹੈ। ਯੂਟਿਲਿਟੀ ਬਿੱਲ ਜਿਹੜਾ ਉਹ ਕੋਸ਼ਿਸ਼ ਕਰੋ ਇੱਕ ਅੱਧਾ ਬਿੱਲ ਹਸਬੈਂਡ ਦੇ ਦੇਵੇ, ਇੱਕ ਅੱਧਾ ਵਾਈਫ ਦੇ ਦੇਵੇ। ਯਾਨੀ ਇਹ ਨਹੀਂ ਕਿ ਕੋਈ ਵਾਈਫ ਸੋਚੇ ਕਿ ਨਹੀਂ ਹਸਬੈਂਡ ਤਾਂ ਮੇਰਾ ਹੁਣ ਕੰਮ ਤੇ ਹੀ ਰਹਿੰਦੇ ਆ, ਹਾਂਜੀ 15 ਬੰਦਿਆਂ ਨੂੰ ਘਰ ਹੀ ਨਹੀਂ ਆਉਂਦੇ ਤੇ ਸਾਰਾ ਕੁਝ ਮੈਨੂੰ ਹੀ ਕਰਨਾ ਪੈਣਾ ਤੇ ਆਪਦੇ ਨਾਂ ਤੇ ਸਾਰਾ ਕੁਝ, ਜਾਂ ਹਸਬੈਂਡ ਸੋਚੇ ਵੀ ਵਾਈਫ ਨੂੰ ਯਾਰ ਕਿਹੜੇ ਝਮੇਲੇ 'ਚ ਪਾਉਣ ਦੀ ਲੋੜ ਹੈ, ਸਾਰਾ ਕੁਝ ਮੈਂ ਆਪੇ ਕਰ ਲਵਾਂ, ਇਹ ਨੁਕਸਾਨਦਾਇਕ ਹੁੰਦਾ। ਯਾਨੀ ਇਹ ਗੱਲਾਂ ਧਿਆਨ ਰੱਖਣ, ਬੈਲੈਂਸ ਕਰਕੇ ਆਪਾਂ ਨੂੰ ਚੱਲਣਾ, ਬਿਲਕੁਲ ਇਹ ਗੱਲਾਂ ਧਿਆਨ ਰੱਖਣ ਦੀ ਲੋੜ ਹੈ। ਇੱਕ ਹੋਰ ਬੜੀ ਜ਼ਰੂਰੀ ਗੱਲ ਮੇਰੇ ਦਿਮਾਗ 'ਚ ਆ ਰਹੀ ਆ, ਜਦ ਆਪਾਂ ਉਰੇ ਆਉਣੇ ਹੈਗੇ ਤਾਂ ਸਭ ਤੋਂ ਮੇਨ ਇੰਪੋਰਟੈਂਟ ਚੀਜ਼ ਜਿਹੜੀ ਆਪਾਂ ਨੂੰ ਲੋੜ ਹੁੰਦੀ ਆ, ਉਹ ਹੁੰਦੀ ਆ ਗੱਡੀ। ਆਪਾਂ ਆਉਂਦੇ ਸਾਰ ਗੱਡੀ ਲੈਣੇ ਹੈਗੇ ਆ, ਤੇ ਆਣਾ ਜਾਣਾ ਸੌਖਾ ਹੈਗਾ, ਬੱਸਾਂ ਦੇ ਧੱਕੇ ਨਹੀਂ ਖਾਣੇ ਪੈਣਗੇ। ਕੀ ਸੁਜੈਸ਼ਨ ਹੈਗਾ? ਦੇਖੋ ਜੀ, ਜਿਹੜੇ ਤਾਂ ਘਰ ਲੈਣਾ ਉਹਨਾਂ ਨੂੰ ਗੱਡੀ ਬਾਅਦ 'ਚ ਲੈਣੀ ਚਾਹੀਦੀ ਹੈ, ਗੱਡੀ ਖੜੀ ਕਰਨ ਥਾਂ ਹੋਣੀ ਚਾਹੀਦੀ ਹੈ, ਠੀਕ ਹੈ ਜੀ। ਜੇ ਉਹਦਾ ਦਾ ਥਾਂ ਦਾ ਅਪਾਰਟਮੈਂਟ ਬਿਲਡਿੰਗ ਦੇ ਪਿੱਛੇ ਵੀ ਜਗ੍ਹਾ ਬਣੀ ਹੁੰਦੀ ਹੈ, ਪਾਰਕਿੰਗ ਤਾਂ ਮਿਲਦੀ ਜਾਂਦੀ ਹੈ, ਭਾਵੇਂ $30 $40 ਦੀ ਪਾਰਕਿੰਗ ਦੀ ਫੀਸ ਵੱਖਰੀ ਹੋਵੇ, ਪਰ ਕੋਸ਼ਿਸ਼ ਕਰੋ ਜੇ ਤੁਹਾਡੀ ਪਲੈਨਿੰਗ ਹੈਗੀ ਆ ਕਿ ਅਸੀਂ ਵਿਦਨ ਈਅਰ ਘਰ ਲੈ ਲੈਣਾ, ਫਿਰ ਕਾਰ ਨਾ ਲਓ, ਕਾਰ ਲੈ ਲਓ ਤੇ ਛੋਟੀ ਲੈ ਲਓ, ਕੈਸ਼ ਲੈ ਲਓ, ਕੈਸ਼ ਚੱਕ ਲਓ, ਮਤਲਬ ਲੋਨ ਨਾ ਲਓ। ਜਿਹੜਾ ਵੀ ਤੁਸੀਂ ਲੋਨ ਲਓਗੇ ਉਹਦੀ ਜਿਹੜੀ ਰੀਪੇਮੈਂਟ ਹੈ, ਮੰਥਲੀ ਹੈ, ਵੀਕਲੀ ਹੈ, ਬਾਈ ਵੀਕਲੀ ਹੈ, ਉਹ ਤੁਹਾਡੀ ਲਾਇਬਿਲਿਟੀ ਹੈ। ਜਿੰਨੀ ਲਾਇਬਿਲਿਟੀ ਹੋਈ ਉਨੀ ਤੁਹਾਡੀ ਜਿਹੜੀ ਬਾਇੰਗ ਪਾਵਰ ਹੈ, ਘਰ ਬਾਏ ਕਰਨ ਦੀ ਪਾਵਰ ਜਿਹੜੀ ਹੈ ਜਾਂ ਕਪੈਸਿਟੀ ਜਿਹੜੀ ਹੈ, ਜਾਂ ਉਹ ਘਟ ਜਾਏਗੀ। ਉਹ ਜੇ ਤੁਸੀਂ 4 ਲੱਖ ਲਈ ਘਰ ਲਈ ਐਲੀਜੀਬਲ ਹੁੰਦੇ ਹੋ, ਤੁਹਾਡੀ ਐਲੀਜੀਬਿਲਿਟੀ ਘਟੇ, 4 ਲੱਖ ਦੀ ਐਲੀਜੀਬਿਲਿਟੀ ਹੈਗੀ ਤੁਹਾਡੀ ਵੈਸੇ ਬਣਦੀ, ਤੇ ਤੁਸੀਂ $250 ਸੋਚਦੇ ਹੋ, $250 ਮੈਂ 22 ਵੀਕਲੀ ਪੇ ਕਰ ਰਿਹਾ, ਇਹਦਾ ਮਤਲਬ 1 ਲੱਖ ਦਾ ਤਾਂ ਉੱਡ ਗਏ, ਉਹ 4 ਦੀ ਬਜਾਏ 3 ਰਹਿ ਜਾਣਾ, ਠੀਕ ਹੈ ਜੀ। ਤੁਸੀਂ ਸੋਚੋਗੇ 8000 ਦਾ ਮੈਂ ਸਾਰਾ ਦੇਣਾ, ਤੇ ਇਹ 1 ਲੱਖ ਕਿਵੇਂ ਘਟ ਗਿਆ? ਫਿਰ ਤੁਹਾਨੂੰ 8000 ਪੇ ਕਰਨਾ ਪਏਗਾ, ਰਾਈਟ ਵੇ ਪੇ ਕਰ ਦਿਓ, ਐਲੀਜੀਬਿਲਿਟੀ ਵਧਾ ਲਓ, ਠੀਕ ਹੈ ਜੀ। ਮੇਰੀ ਸੁਜੈਸ਼ਨ ਹੈ ਜੇ ਘਰ ਲੈਣ ਦੀ ਪਲੈਨਿੰਗ ਹੈਗੀ ਹੈ, ਜੇ ਨਹੀਂ ਪਲੈਨਿੰਗ 2-4 ਸਾਲ 10 ਸਾਲ ਤੋਂ ਫਿਰ ਹੋਰ ਗੱਲ ਹੈ। ਜੇ ਪਲੈਨਿੰਗ ਆ, ਤੁਹਾਨੂੰ ਸੋਚਦੇ ਪਏ ਹੋ ਕਿ ਅਸੀਂ ਘਰ ਇਸ ਸਾਲ ਲੈ ਲੈਣਾ ਜਾਂ ਅਗਲੇ ਸਾਲ ਲੈ ਲੈਣਾ, ਅਵੋਇਡ ਕਰੋ ਕਾਰ ਬਾਏ ਕਰਨ ਤੋਂ। ਜੇ ਕਰਨੀ ਹੈ ਛੋਟੀ ਕਰ ਲਓ, ਕੈਸ਼ ਕਰ ਲਓ, ਉਹਨੂੰ ਵੇਚਦੀ ਹੋ ਫਿਰ ਹੋਰ ਲੈ ਲਓ, ਫਿਰ ਭਾਵੇਂ ਵੱਡੀ ਲੈ ਲਓ, 50,000 ਦੀ ਲੈ ਲਓ, ਕੋਈ ਗੱਲ ਨਹੀਂ, ਘਰ ਪਹਿਲਾਂ ਲੈ ਲਓ, ਕਾਰ ਬਾਅਦ 'ਚ ਲੈ ਲੈਣਾ। ਹੁਣ ਆਪਾਂ ਜਦ ਘਰ ਦੇਖਣਾ ਸ਼ੁਰੂ ਕਰਦੇ ਹੈਗੇ ਆ, ਮੇਰੇ ਆਪਣੇ ਤੋਂ ਜ਼ਿਹਨ 'ਚ ਆ ਗਿਆ ਕਿ ਹੁਣ ਘਰ ਲੈਣਾ ਹੈਗਾ, ਸਭ ਤੋਂ ਪਹਿਲਾਂ ਆਪਾਂ ਜਾਣਾ ਘਰ ਦੇਖਣੇ ਸ਼ੁਰੂ ਕਰ ਦਿੰਦੇ ਹੈਗੇ ਆ। ਕੀ ਸੁਜੈਸ਼ਨ ਆ ਕਿ ਘਰ ਦੇਖਣਾ ਪਹਿਲਾਂ ਚਾਹੀਦਾ
ਜਾਂ ਮਾਰਗੇਜ ਸਪੈਸ਼ਲਿਸਟ ਕੋਲ ਪਹਿਲਾਂ ਆਉਣਾ ਚਾਹੀਦਾ? ਦੇਖੋ ਜੀ, ਕਰਦੇ ਲੋਕ ਇਸ ਤਰ੍ਹਾਂ ਹੀ ਆ ਕਿ ਘਰ ਪਹਿਲਾਂ ਦੇਖਣਾ ਸ਼ੁਰੂ ਕਰ ਦਿੰਦੇ ਆ। ਔਰ ਹੁਣ ਕਿਉਂਕਿ ਰੂਲਸ ਰੈਗੂਲੇਸ਼ਨ ਚੇਂਜ ਹੋ ਚੁੱਕੇ ਬਹੁਤ, ਹੁਣ ਤਾਂ ਰੀਅਲਟਰ ਜਿਹੜੇ ਰੀਅਲ ਸਟੇਟ ਪਰਸਨ ਹੈਗੇ ਆ ਉਹ ਵੀ ਇਹ ਕਹਿੰਦੇ ਆ ਕਿ ਭਾਈ ਮੈਂ ਤੁਹਾਨੂੰ ਘਰ ਤਾਂ ਹੀ ਦਿਖਾਉਣਾ ਜੇ ਤੁਸੀਂ ਮੈਨੂੰ ਇਹ ਦੱਸੋ ਕਿ ਸਾਡੀ ਐਲੀਜੀਬਿਲਟੀ ਕੀ ਹੈ, ਓਕੇ, ਪ੍ਰੀ ਅਪਰੂਵਲ ਕਿੰਨੀ ਹੈਗੀ ਹੈ। ਮਤਲਬ ਪ੍ਰੀ ਅਪਰੂਵਲ ਬਹੁਤ ਜ਼ਰੂਰੀ ਹੈ। ਪ੍ਰੀ ਅਪਰੂਵਲ ਜੇ ਹੁਣ ਫਾਰ ਐਗਜ਼ਾਮਪਲ ਕਿਸੇ ਦੀ 4 ਲੱਖ ਹੈ ਤੇ ਉਹ 6 ਲੱਖ ਦਾ ਘਰ ਵੇਖਦਾ ਫਿਰੇ, ਕੋਈ ਫਾਇਦਾ ਨਹੀਂ। ਜੇ ਕਿਸੇ ਦੀ ਕੋਈ ਬੇਸਿਕ ਜੌਬਸ ਹੈਗੀਆਂ, ਨਵੇਂ ਹੈਗੇ ਆ, ਤਾਂ ਮੈਨੂੰ ਨਹੀਂ ਲੱਗਦਾ ਉਹ 2-2.5 ਲੱਖ ਤੋਂ ਵੱਧ ਐਲੀਜੀਬਿਲਟੀ ਹੋਏਗੀ ਕਿਸੇ ਦੀ, ਤਾਂ 4 ਲੱਖ ਵਾਲੇ ਘਰ ਵੇਖੀ ਜਾਵੇ, ਟਾਈਮ ਵੇਸਟ ਕਰੇਗਾ ਆਪਦਾ। ਬਿਲਕੁਲ, ਇਹ ਜੇ ਤੁਸੀਂ ਆਪਣਾ ਵੀ ਟਾਈਮ ਵੇਸਟ ਕਰ ਰਹੇ ਹੋ, ਰੀਅਲਟਰ ਦਾ ਵੀ ਟਾਈਮ ਵੇਸਟ ਹੋ ਰਿਹਾ ਹੈਗਾ, ਤੇ ਐਂਡ 'ਚ ਤੁਸੀਂ ਫਰਸਟ੍ਰੇਟ ਹੋਵੋਗੇ। ਫਿਰ ਬਿਲਕੁਲ ਤੁਸੀਂ ਉਦਾਸ ਹੋ ਜਾਓਗੇ, ਪਰੇਸ਼ਾਨ ਹੋਵੋਗੇ, ਮਨ ਨੂੰ ਕਿਉਂਕਿ ਮਨ ਤੁਹਾਡਾ ਇੱਕ ਘਰ 'ਚ ਲੱਗ ਚੁੱਕਿਆ, ਤੁਹਾਡਾ ਜੀ ਸੀਗਾ, ਪਰ ਤੁਸੀਂ ਉਹਨੂੰ ਹੁਣ ਬਾਏ ਨਹੀਂ ਕਰ ਪਾ ਰਹੇ ਹੈਗੇ। ਪਹਿਲਾਂ ਕੋਸ਼ਿਸ਼ ਕਰਨੀ ਚਾਹੀਦੀ ਜੀ, ਸੁਜੈਸ਼ਨ ਮੇਰੀ ਇਹ ਹੈ ਕਿ ਤੁਸੀਂ ਜਿਸ ਬੈਂਕ ਨਾਲ ਡੀਲ ਕਰਦੇ ਹੋ ਬੇਸ਼ੱਕ ਕੰਫਰਟੇਬਲ ਹੋ, ਬੈਂਕ ਤੋਂ ਪੁੱਛ ਲਓ। ਨਹੀਂ ਕੰਫਰਟੇਬਲ ਜਾਂ ਮੋਰ ਅਪਰਚੁਨਿਟੀਜ਼, ਮੋਰ ਸੋਰਸਿਸ, ਜਿਹੜੇ ਰਿਸੋਰਸਫੁਲ ਪਰਸਨ ਹੈਗੇ ਆ ਉਹ ਮੌਰਗੇਜ ਬ੍ਰੋਕਰ। ਮੈਂ ਹੀ ਨਹੀਂ ਇਕੱਲਾ, ਬਹੁਤ ਮੇਰੇ ਵਰਗੇ ਹੋਰ। ਤੁਸੀਂ ਕਿਸੇ ਕੋਲ ਵੀ ਜਾ ਸਕਦੇ ਹੋ, ਉਹਨਾਂ ਨੂੰ ਕਹਿ ਸਕਦੇ ਹੋ ਕਿ ਇਹ ਸਾਡੀ ਸਿਚੁਏਸ਼ਨ ਹੈ, ਇਹ ਸਾਡੀ ਇਨਕਮ ਹੈ, ਇਸ ਤਰੀਕੇ ਦੇ ਸਾਡੇ ਕੋਲ ਡਾਕੂਮੈਂਟ ਹੈਗੇ ਆ, ਵੇਖ ਕੇ ਦੱਸੋ ਅਸੀਂ ਕਿੰਨੀ ਅਮਾਊਂਟ ਵਾਸਤੇ ਐਲੀਜੀਬਲ ਹੈਗੇ, ਕਿੰਨੀ ਅਮਾਊਂਟ ਵਾਲਾ ਘਰ ਲੈ ਸਕਦੇ, ਬਾਏ ਕਰ ਸਕਦੇ। ਉਹਨੂੰ ਦੱਸਣਾ ਪਏਗਾ ਤੁਹਾਡੀਆਂ ਲਾਇਬਿਲਿਟੀਜ਼ ਕੀ ਹੈਗੀਆਂ, ਤੁਹਾਡੇ ਜੇ ਬੱਚਿਆਂ ਦੇ ਚਾਈਲਡ ਟੈਕਸ ਬੈਨੀਫਿਟ ਆਉਂਦਾ ਤਾਂ ਉਹ ਕਿੰਨਾ ਆਉਂਦਾ, ਤੁਹਾਡੀ ਪਾਰਟ ਟਾਈਮ ਜੌਬ ਕਦੋਂ ਸਟਾਰਟ ਹੋਈ, ਫੁੱਲ ਟਾਈਮ ਜੌਬ ਕਦੋਂ ਸਟਾਰਟ ਹੋਈ। ਆਪਦੇ ਡਾਕੂਮੈਂਟ ਨਾਲ ਲੈ ਕੇ ਜਾਣੇ ਚਾਹੀਦੇ। ਜ਼ਬਾਨੀ ਜਾਓਗੇ ਉਹਦਾ ਕੋਈ ਫਾਇਦਾ ਨਹੀਂ ਹੈਗਾ, ਜ਼ਬਾਨੀ ਜਮ੍ਹਾਂ ਖਰਚ ਕਰੀ ਚੱਲੋਗੇ, ਪ੍ਰੋਪਰ ਗਾਈਡੈਂਸ ਨਹੀਂ ਮਿਲਦੀ। ਔਰ ਜੇ ਪ੍ਰੀ ਅਪਰੂਵਲ ਕੋਲ ਹੋਏਗੀ, ਤੁਸੀਂ ਪ੍ਰੀ ਅਪਰੂਵਲ ਦਾ ਲੈਟਰ ਆਪਦੀ ਆਫਰ ਦੇ ਨਾਲ ਲਾ ਦੋਗੇ, ਸੈਲਰ ਮੋਰ ਕੰਫਰਟੇਬਲ ਹੋਏਗਾ ਤੁਹਾਨੂੰ ਘਰ ਦੇਣ ਵਾਸਤੇ। ਅੱਜ ਕੱਲ੍ਹ ਬਿਡਿੰਗ ਦਾ ਜ਼ਮਾਨਾ, ਬਿਡਿੰਗ ਦਾ ਜ਼ਮਾਨਾ ਹੈਗਾ, ਤੇ ਭਾਵੇਂ ਕਿਸੇ ਹੋਰ ਨੇ ਤੁਹਾਡੇ ਤੋਂ 3 ਲੱਖ ਵਾਲੇ ਘਰ ਦੀ ਕੀਮਤ 3.5 ਲੱਖ ਦੀ ਆਫਰ ਭਰ ਦਿੱਤੀ ਹੈ, ਪਰ ਤੁਸੀਂ ਭਰੀ 3.20 ਦੀ, ਉਹ ਸ਼ਾਇਦ ਤੁਹਾਨੂੰ ਘਰ ਦੇਣਾ ਪਸੰਦ ਕਰੇਗਾ ਕਿ ਇਹਦੇ ਕੋਲ ਪ੍ਰੀ ਅਪਰੂਵਲ ਹੈਗੀ ਹੈ, ਮੈਨੂੰ ਪਰੇਸ਼ਾਨੀ ਨਹੀਂ ਹੋਏਗੀ, ਘਰ ਮੇਰਾ ਵਿਕ ਜਾਏਗਾ ਜਲਦੀ, ਇਹ ਮੇਰੀ ਡੀਲ ਕਲੋਜ਼ ਜਲਦੀ ਹੋ ਜਾਏਗੀ। ਜੇ ਉਹ 3 ਲੱਖ ਵਾਲਾ ਘਰ ਬਿਡਿੰਗ ਵਿੱਚ 3.5 ਤੱਕ ਜਾ ਰਿਹਾ, 3.5 ਲੱਖ ਵਾਲੇ ਦੀ ਜਿਹਨੇ ਆਫਰ ਅਕਸੈਪਟ ਹੋ ਗਈ, ਤੇ ਹੋ ਸਕਦਾ ਜੀ ਮੌਰਗੇਜ ਨਾ ਹੋਵੇ। 2 ਮਹੀਨੇ ਬਾਅਦ ਉਹ ਜਿਹੜਾ ਘਰ ਹੈ ਉਹ ਬੈਕ ਟੂ ਮਾਰਕੀਟ ਆਵੇ। ਫਿਰ ਇਹ ਜਿਹੜਾ ਸੈਲਰ ਹੈ ਉਹ ਨਹੀਂ ਚਾਹੁੰਦਾ ਕਿ ਉਹਦਾ ਘਰ ਬੈਕ ਟੂ ਮਾਰਕੀਟ ਆਵੇ, ਉਹ ਵੀ ਚਾਹੁੰਦਾ ਕਿ ਵਿਕ ਜਾਵੇ। ਜਦੋਂ ਉਹਨੇ ਫੈਸਲਾ ਕਰ ਲਿਆ ਵੇਚਣ ਦਾ, ਤੇ ਉਹਨੇ ਫਿਰ ਵੇਚਣਾ ਹੀ ਹੈ। ਲਾਲਚ ਹਰ ਇੱਕ ਨੂੰ ਹੁੰਦਾ, ਪੈਸੇ ਜ਼ਿਆਦਾ ਮਿਲਣ, ਜਿੰਨੀ ਜ਼ਿਆਦਾ ਇਨਕਮ ਮੈਨੂੰ ਹੋ ਜਾਏ, ਜ਼ਿਆਦਾ ਪ੍ਰੋਫਿਟ ਹੋ ਜਾਏ। ਸੋ ਘਰ ਬਾਇਰ ਵਾਸਤੇ, ਬਾਇਰ ਸਾਈਡ ਤੋਂ ਇਹ ਗੱਲ ਜ਼ਿਆਦਾ ਬੈਨੀਫੀਸ਼ੀਅਲ ਹੈ ਜੇ ਉਹ ਪ੍ਰੀ ਅਪਰੂਵਲ ਨਾਲ ਲਾ ਦਿੰਦਾ। ਪ੍ਰੀ ਅਪਰੂਵਲ ਬੈਂਕ ਵੀ ਦਿੰਦੇ ਆ, ਪ੍ਰੀ ਅਪਰੂਵਲ ਮੌਰਗੇਜ ਬ੍ਰੋਕਰ ਵੀ ਦਿੰਦੇ। ਇਹਦੇ 'ਚ ਇੱਕ ਗੱਲ ਹੋਰ ਵੀ ਹੋ ਜਾਂਦੀ ਹੈ ਕਿ ਜੇ ਬਾਈ ਆਪਾਂ ਨੂੰ ਇੱਕ ਗਾਈਡੈਂਸ ਮਿਲ ਜਾਂਦੀ ਹੈਗੀ ਕਿ ਅਗਰ ਘਰ ਦੇਖਣਾ, ਅਗਰ ਮਾਰਕੀਟ 'ਚ ਜਾ ਰਹੇ ਹੈਗੇ ਘਰ ਦੇਖਣ, ਕੀ ਚੀਜ਼ਾਂ ਦਾ ਧਿਆਨ ਰਹਿਣਾ ਪੈਂਦਾ। ਹੋ ਸਕਦਾ ਜਿਵੇਂ ਤੁਸੀਂ ਕ੍ਰੈਡਿਟ ਲਾਈਨਸ ਦੀ ਗੱਲ ਕੀਤੀਆਂ ਨੇ, ਉਹਨਾਂ ਕੋਲ ਹੋਣ ਹੀ ਨਾ, ਤਾਂ ਤੁਸੀਂ ਇੱਕ ਐਜ਼ ਅ ਮਾਰਗੇਜ ਸਪੈਸ਼ਲਿਸਟ ਤੁਸੀਂ ਉਹਨਾਂ ਨੂੰ ਗਾਈਡੈਂਸ ਵੀ ਦੇ ਸਕਦੇ ਹੋ। ਬਿਲਕੁਲ ਪ੍ਰੋਪਰ, ਤੇ ਪ੍ਰੋਪਰ ਗਾਈਡੈਂਸ, ਤਾਂ ਕਿ ਅੱਜ ਨਹੀਂ ਤਾਂ 3 ਮਹੀਨੇ ਬਾਅਦ ਉਹ ਐਲੀਜੀਬਲ ਤਾਂ ਹੋ ਜਾਣ। ਇੰਸਟੈਡ ਆਫ ਵੇਸਟਿੰਗ देयर ਟਾਈਮ ਇਨ ਸਰਚਿੰਗ ਇਨ ਹੋਮਸ, ਉਹ ਤੋਂ ਬੈਟਰ ਹੈ ਕਿ ਉਹ ਇੱਕ ਸਹੀ ਡਾਇਰੈਕਸ਼ਨ ਵਿੱਚ ਚਲੇ ਜਾਣਗੇ। ਅਸੀਂ ਬੀਇੰਗ ਮੌਰਗੇਜ ਬ੍ਰੋਕਰ ਐਜੂਕੇਟ ਵੀ ਕਰਦੇ ਹਾਂ ਜੀ। ਕਿਸੇ ਨੇ ਘਰ ਦੇਖੋ ਬਿਲਡ ਕਰਾਉਣਾ, ਉਹਦੀ ਪੋਜੈਸ਼ਨ ਉਹਨੂੰ 1 ਸਾਲ ਬਾਅਦ ਮਿਲਣੀ, ਅਸੀਂ ਅੱਜ ਉਹਨੂੰ ਗਾਈਡ ਕਰਦੇ ਹਾਂ। ਹਾਂਜੀ, ਅੱਜ ਦੀ ਗਾਈਡੈਂਸ ਕੀਤੀ, ਉਹਨੂੰ ਜਦੋਂ ਫਾਈਨਲੀ ਪੋਜੈਸ਼ਨ ਲੈਣੀ ਹੁੰਦੀ ਹੈ ਉਹ ਗੱਲਾਂ ਉਹਦੇ ਕੰਮ ਆ ਜਾਂਦੀਆਂ। ਉਦੋਂ ਤੱਕ ਉਹ ਆਪਣੀ ਇਨਕਮ ਨੂੰ ਸੈੱਟ ਕਰ ਲੈਂਦਾ, ਆਪਣੀ ਲਾਇਬਿਲਿਟੀਜ਼ ਨੂੰ ਸੈੱਟ ਕਰ ਲੈਂਦਾ। ਠੀਕ ਹੈ, ਇਸ ਤਰੀਕੇ ਦਾ ਸਾਰਾ ਕੁਛ ਪੋਸੀਬਲ ਹੈਗਾ। ਸੋ ਇਹ ਜ਼ਿਆਦਾ ਬੈਨੀਫੀਸ਼ੀਅਲ ਰਹੇਗੀ ਗੱਲ ਸਾਰਿਆਂ ਵਾਸਤੇ ਹੀ, ਬਾਇਰ ਵਾਸਤੇ ਵੀ, ਸੈਲਰ ਵਾਸਤੇ ਵੀ, ਜੇ ਉਹਨਾਂ ਦਾ ਕਲਾਇੰਟ ਬਾਇਰ ਜਿਹੜਾ ਹੈਗਾ ਉਹਦੇ ਕੋਲ ਪ੍ਰੀ ਅਪਰੂਵਲ ਹੈਗੀ ਤਾਂ। ਅਦਰਵਾਈਜ਼ ਮਗਜ਼ ਪੱਚੀ ਕਰਨ ਵਾਲੀ ਹੈ, ਟਾਈਮ ਵੇਸਟ ਹੈਗਾ, ਪਰੇਸ਼ਾਨੀ ਵਾਧੂ ਦੀ ਹੁੰਦੀ, ਉਹ ਅਵੋਇਡ ਕੀਤੀ ਜਾ ਸਕਦੀ। ਸੋ ਐਲੀਜੀਬਿਲਟੀ 25% ਨਾਲ ਵੀ ਹੈਗੀ ਹੈ, 5 ਤੋਂ ਲੈ ਕੇ 20 ਨਾਲ ਵੀ ਹੈਗੀ ਹੈ। ਕਿੱਥੇ ਤੁਸੀਂ ਫਿੱਟ ਆਉਂਦੇ ਹੋ ਇਹ ਜ਼ਰੂਰ ਡਿਸਕਸ ਕਰ ਲੈਣਾ ਚਾਹੀਦਾ। ਘਰੋਂ ਨਿਕਲਣ ਲੱਗਿਆ ਕਿ ਅਸੀਂ ਬਾਈ ਕਰਨ ਜਾ ਰਹੇ ਹਾਂ, ਇਹ ਬਾਅਦ ਵਿੱਚ ਪਰੇਸ਼ਾਨੀ ਝੱਲਣ ਨਾਲੋਂ, ਬਾਅਦ ਵਿੱਚ ਉਦਾਸ ਹੋਣ ਨਾਲੋਂ ਬਿਹਤਰ ਹੈ ਵੈਰੀ ਫਸਟ ਸਟੈਪ 'ਤੇ, ਵੈਰੀ ਫਸਟ ਮੂਮੈਂਟ ਤੁਸੀਂ ਆਪਣੇ ਬੈਂਕਰ ਨਾਲ, ਜੇ ਤੁਹਾਨੂੰ ਉੱਥੇ ਕੌਨਫੀਡੈਂਸ ਹੈਗਾ, ਜ਼ਰੂਰ ਗੱਲ ਕਰ ਲੈਣੀ ਚਾਹੀਦੀ। ਨਹੀਂ ਹੈਗਾ, ਹੋਰ ਆਪਸ਼ਨਸ ਲੈਣੀਆਂ ਚਾਹੁੰਦੇ ਹੋ, ਮਲਟੀਪਲ ਆਪਸ਼ਨਸ ਲੈਣੀਆਂ ਚਾਹੁੰਦੇ ਹੋ, ਬ੍ਰੋਕਰ ਕੋਲ ਹੁੰਦੀਆਂ, ਮੇਰੇ ਕੋਲ ਵੀ ਹੈਗੀਆਂ, ਤੁਹਾਡੇ ਕੋਲ ਵੀ ਹੈਗੀਆਂ, ਅਸੀਂ ਸੇਵਾ ਲਈ ਹਾਜ਼ਰ ਹਾਂ। ਥੈਂਕ ਯੂ ਸੋ ਮਚ MP ਜੀ ਫॉर ਆਲ ਦਿਸ ਇਨਫੋਰਮੇਸ਼ਨ। ਜੇ ਤੁਹਾਨੂੰ ਕੋਈ ਵੀ ਕੁਐਸਚਨ ਹੁੰਦਾ ਹੈਗਾ, ਯੂ ਕੈਨ ਰੀਚ ਆਊਟ ਟੂ MP ਜੀ ਔਰ ਟੂ ਮੀ ਐਨੀ ਟਾਈਮ।
ਅਸੀਂ ਤੁਹਾਡੀ ਹਮੇਸ਼ਾ ਹੈਲਪ ਕਰਨ ਲਈ ਤਿਆਰ ਹੈਗੇ ਆ ਤੇ ਕੋਈ ਚੀਜ਼ ਅਗਰ ਆਪਾਂ ਭੁੱਲ ਗਏ ਹੋਗੇ ਜੇ ਤੁਸੀਂ ਐਡ ਕਰਨਾ ਚਾਹੁੰਦੇ ਨਹੀਂ ਫਿਰ ਅਸੀਂ ਨੈਕਸਟ ਟਾਈਮ ਹੋਰ ਟੌਪਿਕ ਤੇ ਇਹਨੂੰ ਡਿਟੇਲ ਹੋਰ ਗੱਲ ਕਰ ਲਾਂਗੇ। ਬਿਲਕੁਲ। ਥੈਂਕ ਯੂ ਵੈਰੀ ਮਚ। ਥੈਂਕ ਯੂ ਜੀ।